बहुत ही प्यारे बच्चों, अज ਆਪਾਂ 8ਵੀं क्लास का 7वां पाठ पौदिਆਂ ਅਤੇ ਜੰਤੂਆਂ ਦਾ ਸੁਰੱਖਿਅਨ ਉਹ ਪਾਠ ਦੀ ਆਪਾਂ ਜਿਹੜੀ ਜਾਣਕਾਰੀ ਹੈਗੀ ਹੈ ਉਹ ਸਾਂਝੀ ਕਰਨ ਲੱਗੇ ਹਾਂ। ਬੱਚਿਓ, ਇਹ ਜੀਵਨ ਤੇ ਹੋਰ ਪ੍ਰਜਾਤੀਆਂ ਜਿੰਨੀਆਂ ਵੀ ਹੈਗੀਆਂ ਉਹਨਾਂ ਸਾਰੀਆਂ ਨੂੰ ਚਲਾਉਂਦੇ ਰਹਿਣ ਦੇ ਲਈ ਇਹ ਵਾਲਾ ਪਾਠ ਬਹੁਤ ਜ਼ਰੂਰੀ ਹੈ, ਤਾਂ ਕਿ ਆਪਾਂ ਇੱਕ ਸੱਭਿਅਕ ਨਾਗਰਿਕ ਬਣ ਸਕੀਏ। ਆਪਣੇ ਆਸ-ਪਾਸ ਜਿੰਨੇ ਵੀ ਜਾਨਵਰ ਹੈ ਜਾਂ ਜਿੰਨੇ ਵੀ ਪੌਦੇ ਹੈਗੇ ਆ ਉਹਨਾਂ ਬਾਰੇ ਜਾਣ ਸਕੀਏ ਅਤੇ ਉਹਨਾਂ ਦਾ ਬਚਾਅ ਕਰ ਸਕੀਏ। ਸੋ ਬਹੁਤ ਸਾਰੇ ਸਥਾਨ ਬੇਸ਼ੱਕ ਆਪਾਂ ਨੂੰ ਰਹਿਣ ਲਈ ਘਰ ਮਿਲੇ ਹੋਏ, ਆਪਾਂ ਘਰਾਂ ਵਿੱਚ ਰਹਿ ਰਹੇ ਹਾਂ, ਪਰ ਇਹਨਾਂ ਜੰਤੂਆਂ ਨੂੰ ਅਤੇ ਪੌਦਿਆਂ ਨੂੰ ਰਹਿਣ ਦੇ ਲਈ ਕੋਈ ਇਸ ਤਰ੍ਹਾਂ ਦੇ ਨਿਰਧਾਰਿਤ ਸਥਾਨ ਨਹੀਂ ਹੈਗੇ ਉਹਨਾਂ ਕੋਲ। ਇਸ ਲਈ ਆਪਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਇਸ ਪਾਠ ਦੇ ਵਿੱਚੋਂ ਆਪਾਂ ਜੋ ਕੁਝ ਸਿੱਖੀਏ ਉਹਨੂੰ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਆਪਾਂ ਅਪਲਾਈ ਕਰੀਏ। ਤੋ ਇਸ ਪਾਠ ਦੇ ਵਿੱਚ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਜਿੰਨੇ ਵੀ ਜੀਵ ਹੈ ਜਾਂ ਪੌਦੇ ਹੈਗੇ ਆ, ਜੰਗਲੀ ਜੀਵ ਜਾਂ ਜੰਗਲੀ ਪੌਦੇ ਆ, ਉਹਨਾਂ ਸਾਰਿਆਂ ਦਾ ਸੁਰੱਖਿਅਨ ਕਰਨ ਦੇ ਲਈ ਮਨੁੱਖ ਵੱਲੋਂ ਵੀ ਕੁਝ ਕੋਸ਼ਿਸ਼ਾਂ ਕੀਤੀਆਂ ਗਈਆਂ। ਸਭ ਤੋਂ ਪਹਿਲਾਂ ਤਾਂ ਕੁਦਰਤ ਨੇ ਉਹੋ ਜਿਹੇ ਸਥਾਨ ਬਣਾਏ ਹੈ ਜਿਨ੍ਹਾਂ ਵਿੱਚ ਜੰਗਲੀ ਜਾਨਵਰ, ਜੰਗਲੀ ਪੌਦੇ ਆਪਣੇ ਆਪ ਉਹ ਰਹਿ ਸਕਦੇ ਆ। ਪਰ ਫਿਰ ਵੀ ਕਿਉਂਕਿ ਮਨੁੱਖੀ ਜਨਸੰਖਿਆ ਇੰਨੀ ਵੱਧ ਗਈ ਹੈ ਕਿ ਉਸ ਵਧੀ ਹੋਈ ਜਨਸੰਖਿਆ ਦੇ ਕਰਕੇ ਮਨੁੱਖ ਵੱਲੋਂ ਵੀ ਕੁਝ ਇਹੋ ਜਿਹੇ ਸਥਾਨ ਬਣਾਏ ਜਾਂਦੇ ਆ, ਜਿਵੇਂ ਕਿ ਉਸ ਵਿੱਚ ਕਈ ਨੈਸ਼ਨਲ ਪਾਰਕ ਬਣਾਏ ਜਾਂਦੇ, ਜਿਵੇਂ ਕਾਜ਼ੀਰੰਗਾ ਨੈਸ਼ਨਲ ਪਾਰਕ ਹੈਗਾ। ਇਸੇ ਤਰ੍ਹਾਂ ਵਨ ਜੀਵਨ ਰੱਖਾਂ ਹੁੰਦੀਆਂ, ਜੀਵ ਮੰਡਲ ਰਿਜ਼ਰਵ ਹੁੰਦੇ ਆ। ਇਹਨਾਂ ਦੇ ਵਿੱਚੋਂ ਹੀ ਕੁਛ ਆਪਣੇ ਬੜੇ ਇੱਥੋਂ ਦੇ ਮਕਬੂਲ ਸਥਾਨ ਹੈਗੇ, ਜਿਵੇਂ ਟਾਈਗਰ ਰਿਜ਼ਰਵ ਇੱਥੇ ਹੈਗਾ। ਇਸੇ ਤਰ੍ਹਾਂ ਲੋਕ ਚਾਊ ਵਨ ਜੀਵਨ ਰੱਖ, ਬਹੁਤ ਸਾਰੇ ਸਥਾਨ ਹੈਗੇ ਆ ਜਿੱਥੇ ਕਿ ਜੰਗਲੀ ਜੀਵਾਂ ਨੂੰ ਬਚਾ ਕੇ ਰੱਖਿਆ ਜਾਂਦਾ ਹੈਗਾ। ਤੋ ਇਹਨਾਂ ਨੂੰ ਬਣਾਉਣ ਦਾ ਉਦੇਸ਼ ਬਿਲਕੁਲ ਕਲੀਅਰ ਹੈ ਕਿ ਉਹਨਾਂ ਜੰਗਲੀ ਜਾਨਵਰਾਂ ਨੂੰ ਅਤੇ ਜੰਗਲੀ ਪੌਦਿਆਂ ਨੂੰ ਬਚਾ ਕੇ ਰੱਖਿਆ ਜਾਵੇ, ਤਾਂ ਕਿ ਉਹਨਾਂ ਦੀ ਹੋਂਦ ਜਿਹੜੀ ਬਰਕਰਾਰ ਰਹੇ। ਇਸ ਪੂਰੇ ਆਪਣੇ ਪ੍ਰਸਥਿਤਿਕ, ਆਪਣੇ ਪੂਰੇ ਵਾਯੂਮੰਡਲ ਵਾਤਾਵਰਨ ਦੇ ਵਿੱਚ ਹਰ ਤਰ੍ਹਾਂ ਦੇ ਜੀਵ ਨੂੰ ਜਿਉਂਦੇ ਰਹਿਣ ਦਾ ਅਧਿਕਾਰ ਹੈ। ਇਹ ਨਹੀਂ ਵੀ ਉਹਨਾਂ ਨੂੰ ਮਾਰਨਾ ਹੀ ਜਿਹੜਾ ਹੈਗਾ ਉਹ ਹਰ ਚੀਜ਼ ਦਾ ਸੋਲਿਊਸ਼ਨ ਹੈ। ਜੇ ਆਪਾਂ ਵੀ ਇੱਥੇ ਬਹੁਤ ਵੱਡੀ ਜਨਸੰਖਿਆ ਵਿੱਚ ਰਹਿ ਰਹੇ ਹਾਂ ਤਾਂ ਆਪਾਂ ਨੂੰ ਕੁਦਰਤ ਜਿਹੜੀ ਹੈਗੀ ਆ ਉਹ ਰਹਿਣ ਦੇ ਲਈ ਸਥਾਨ ਦੇ ਰਹੀ ਹੈ, ਪਰ ਆਪਣਾ ਵੀ ਫਰਜ਼ ਬਣਦਾ, ਜੇ ਕੁਦਰਤ ਨੇ ਇੰਨਾ ਕੁਛ ਬਣਾਇਆ ਹੈਗਾ ਤਾਂ ਮਨੁੱਖ ਵੀ ਉਸ ਕੁਦਰਤ ਨੂੰ ਬਚਾਉਣ ਦੇ ਵਿੱਚ ਆਪਣਾ ਯੋਗਦਾਨ ਪਾਵੇ। ਜੋ ਵੀ ਜੀਵ ਹੈ ਜਾਂ ਜੰਤੂ ਹੈ ਉਹ ਵੀ ਕੁਦਰਤ ਦਾ ਹੀ ਹਿੱਸਾ ਹਨ, ਪਰ ਮਨੁੱਖ ਵੱਲੋਂ ਕਈ ਇਹੋ ਜਿਹੇ ਕਾਰੇ ਕੀਤੇ ਗਏ ਜਿਸ ਕਰਕੇ ਕਿ ਕੁਦਰਤ ਨੂੰ ਬਹੁਤ ਸਾਰਾ ਨੁਕਸਾਨ ਹੋਇਆ। ਸਭ ਤੋਂ ਵੱਡਾ ਉਸ ਦੇ ਵਿੱਚ ਹੈਗਾ ਜੰਗਲਾਂ ਦੀ ਕਟਾਈ, ਜਿਹਨੂੰ ਡੀਫੋਰੈਸਟ੍ਰੇਸ਼ਨ ਵੀ ਕਹਿੰਦੇ ਹੈਗੇ ਆ। ਇਸ ਦੇ ਬਹੁਤ ਸਾਰੇ ਕਾਰਨ ਹੈ ਜੰਗਲਾਂ ਦੀ ਕਟਾਈ ਕਿਉਂ ਕੀਤੀ ਗਈ। ਦੇਖੋ, ਜਦੋਂ ਆਦਿ ਮਾਨਵ ਸੀਗਾ, ਜਦੋਂ ਮਨੁੱਖ ਇੰਨਾ ਸੱਭਿਅਕ ਨਹੀਂ ਸੀਗਾ ਤਾਂ ਉਹ ਜੰਗਲਾਂ ਨੂੰ ਇੰਨਾ ਨਹੀਂ ਵੱਢਦਾ ਸੀਗਾ। ਉਹ ਜਾਂ ਤਾਂ ਦਰੱਖਤਾਂ ਦੇ ਫਲ ਖਾਂਦਾ ਸੀਗਾ ਅਤੇ ਜਾਂ ਉਹ ਕਈ ਜਾਨਵਰਾਂ ਦਾ ਸ਼ਿਕਾਰ ਕਰਕੇ ਜਿਹੜਾ ਉਹਨਾਂ ਨੂੰ ਕੱਚਾ ਹੀ ਖਾ ਲੈਂਦਾ ਸੀਗਾ। ਪਰ ਜਦੋਂ ਅੱਗ ਦੀ ਖੋਜ ਹੋਈ, ਫਿਰ ਹੌਲੀ ਹੌਲੀ ਉਸ ਦੇ ਵਿੱਚ ਵੀ ਇਸ ਤਰ੍ਹਾਂ ਦੀ ਪ੍ਰਵਿਰਤੀ ਪੈਦਾ ਹੋ ਗਈ ਕਿ ਮੈਂ ਜਾਨਵਰ ਨੂੰ ਪਕਾ ਕੇ ਖਾਵਾਂ, ਤਾਂ ਉਹਨੇ ਲੱਕੜ ਬਾਲਣੀ ਸ਼ੁਰੂ ਕਰਤੀ। ਤਾਂ ਇਸ ਤਰ੍ਹਾਂ ਕਰਦੇ ਕਰਦੇ ਹੁਣ ਇਹੋ ਜਿਹਾ ਸਮਾਂ ਆ ਗਿਆ, ਉਹੀ ਜਿਹੜਾ ਮਨੁੱਖ ਸੀਗਾ ਹੁਣ ਬਹੁਤ ਜ਼ਿਆਦਾ ਸੱਭਿਅਕ ਹੋ ਗਿਆ, ਪਰ ਫਿਰ ਵੀ ਜਿਹੜੀਆਂ ਬਹੁਤ ਸਾਰੀਆਂ ਕੁਦਰਤ ਨਾਲ ਛੇੜਛਾੜ ਦੀਆਂ ਪ੍ਰਵਿਰਤੀਆਂ ਹੈਗੀਆਂ ਉਹ ਨਹੀਂ ਹਟੀਆਂ। ਜੰਗਲਾਂ ਦੀ ਕਟਾਈ ਕਿਸ ਲਈ ਕੀਤੀ ਜਾਂਦੀ ਹੈ, ਉਹਦੇ ਕੁਝ ਕਾਰਨ ਹੈਗੇ ਆ, ਜਿਵੇਂ ਇਸ ਵਿੱਚ ਤੁਸੀਂ ਸਕਰੀਨ 'ਤੇ ਵੀ ਦੇਖ ਰਹੇ ਹੋ। ਖੇਤੀਬਾੜੀ ਲਈ ਭੂਮੀ ਪ੍ਰਾਪਤ ਕਰਨਾ ਸਭ ਤੋਂ ਪਹਿਲਾ ਜਿਹੜਾ ਮੁੱਖ ਕਾਰਨ ਹੈ ਜੰਗਲਾਂ ਦੀ ਕਟਾਈ ਦਾ, ਕਿਉਂਕਿ ਜੇ ਸਾਰੇ ਪਾਸੇ ਜੰਗਲ ਹੀ ਜੰਗਲ ਹੋਣਗੇ ਤਾਂ ਜਿਹੜੀ ਫਸਲ ਹੈਗੀ ਆ ਉਸ ਨੂੰ ਉਗਾਇਆ ਨਹੀਂ ਜਾ ਸਕਦਾ। ਤਾਂ ਉਹ ਖੇਤੀਬਾੜੀ ਲਈ ਭੂਮੀ ਪ੍ਰਾਪਤ ਕਰਨ ਲਈ ਵੀ ਜੰਗਲਾਂ ਦੀ ਕਟਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਘਰ ਦਾ ਜਾਂ ਕਾਰਖਾਨਿਆਂ ਦਾ ਨਿਰਮਾਣ ਕਰਨ ਦੇ ਲਈ ਵੀ ਇਹਦੀ ਵਰਤੋਂ ਕੀਤੀ ਜਾਂਦੀ ਹੈ। ਆਪਣੇ ਘਰਾਂ ਵਿੱਚ ਲੱਕੜ ਦੇ ਬਹੁਤ ਸਾਰੇ ਉਪਕਰਨ ਬਣੇ ਹੋਏ ਆ, ਫਰਨੀਚਰ ਦੇ ਤੌਰ 'ਤੇ ਵੀ ਆਪਾਂ ਲੱਕੜ ਨੂੰ ਵਰਤਦੇ ਹਾਂ, ਬਾਲਣ ਦੇ ਤੌਰ 'ਤੇ ਵੀ ਲੱਕੜ ਵਰਤਦੇ ਹਾਂ। ਤਾਂ ਉਹਦੇ ਸਾਰੇ ਵਿੱਚ ਵੀ ਜੰਗਲਾਂ ਦੀ ਲੋੜ ਪੈਂਦੀ ਹੈਗੀ ਹੈ। ਅਤੇ ਹੁਣ ਇਹ ਤਾਂ ਸੀ ਕਾਰਨ। ਇੱਕ ਕਾਰਨ ਹੋਰ ਹੈ ਜੰਗਲਾਂ ਦਾ ਖਾਤਮਾ ਜਿਹੜਾ ਹੈਗਾ ਉਹ ਕਿਉਂ ਹੋ ਰਿਹਾ। ਕੁਦਰਤੀ ਤੌਰ 'ਤੇ ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ
ਤਾਂ ਅੱਤ ਦੇ ਸੋਕੇ ਵਿੱਚ ਜੰਗਲਾਂ ਨੂੰ ਬਹੁਤ ਜ਼ਿਆਦਾ ਅੱਗ ਲੱਗ ਜਾਂਦੀ ਹੈ। ਤਾਂ ਉਸ ਅੱਗ ਲੱਗਣ ਦੇ ਨਾਲ ਜੰਗਲ ਦੇ ਜੰਗਲ ਸੜ ਕੇ ਸਵਾਹ ਹੋ ਜਾਂਦੇ। ਜਿਵੇਂ ਕਿ ਪਿਛਲੇ ਦਿਨਾਂ ਵਿੱਚ ਆਸਟ੍ਰੇਲੀਆ ਦੇ ਵਿੱਚ ਬੜੀ ਭਿਆਨਕ ਅੱਗ ਲੱਗੀ ਸੀ। ਬਹੁਤ ਵਿਸ਼ਾਲ ਜਿਹੜਾ ਖੇਤਰ ਸੀਗਾ ਉਹ ਜੰਗਲਾਂ ਦੀ ਅੱਗ ਦੇ ਵਿੱਚ ਉਸ ਦੀ ਲਪੇਟ ਵਿੱਚ ਆ ਗਿਆ ਸੀਗਾ, ਤਾਂ ਜਿਸ ਨਾਲ ਕਿ ਬਹੁਤ ਸਾਰੇ ਜੀਵ ਜਿਹੜੇ ਮਰ ਗਏ ਸੀ। ਉਸ ਦੇ ਵਿੱਚ ਇਹੋ ਜਿਹੇ ਵੀ ਕਈ ਚਿੱਤਰ ਆਏ ਜਿਹੜੇ ਦਿਲ ਨੂੰ ਦਹਿਲਾਉਣ ਵਾਲੇ ਸੀਗੇ। ਕਈ ਇਹੋ ਜਿਹੀਆਂ ਵੀਡੀਓ ਵੀ ਆਈਆਂ ਵੀ ਜਾਨਵਰ ਨਿਕਲ ਕੇ ਆ ਰਹੇ ਸੀ ਅਤੇ ਉਹ ਮਨੁੱਖ ਨੂੰ ਆ ਕੇ ਮਤਲਬ ਉਹ ਮਨੁੱਖ ਦੀ ਬੁੱਕਲ ਵਿੱਚ ਲੁਕ ਰਹੇ ਸੀਗੇ, ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਕੁਦਰਤ ਦਾ ਕਿੰਨਾ ਜਿਹੜਾ ਪ੍ਰਕੋਪ ਹੁੰਦਾ ਹੈ। ਤਾਂ ਕੁਦਰਤ ਨੇ ਮਨੁੱਖ ਨੂੰ ਮਤਲਬ ਇਸ ਤਰ੍ਹਾਂ ਦੇ ਬਹੁਤ ਸਾਰੇ ਰੰਗ ਦਿਖਾਉਣੇ ਆ ਜੇ ਮਨੁੱਖ ਨਾ ਸੁਧਰਿਆ ਤਾਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਆ ਜਿਹੜੇ ਜੰਗਲਾਂ ਦੀ ਕਟਾਈ ਦੇ, ਉਹ ਆਪਾਂ ਲਿਸਟ ਬਣਾਉਣੀ ਹੈਗੀ ਹੈ। ਹੁਣ ਇਸ ਦੇ ਨਤੀਜੇ ਕੀ ਹੋਣਗੇ? ਜੰਗਲਾਂ ਦੀ ਕਟਾਈ ਦੇ ਬਹੁਤ ਸਾਰੇ ਨਤੀਜੇ ਆ ਇਹਦੇ। ਦੇਖੋ, ਜੇ ਸਭ ਤੋਂ ਪਹਿਲੀ ਗੱਲ ਤਾਂ ਜੇ ਦਰਖਤ ਹੀ ਕੱਟ ਦਿੱਤੇ ਗਏ ਤਾਂ ਦਰਖਤ ਤੋਂ ਆਪਾਂ ਨੂੰ ਆਕਸੀਜਨ ਮਿਲਦੀ ਹੈ, ਉਹ ਆਕਸੀਜਨ ਦਾ ਪੱਧਰ ਡਿੱਗ ਜਾਵੇਗਾ। ਅਤੇ ਆਪਾਂ ਕਿਹੜੀ ਗੈਸ ਛੱਡਦੇ ਹੈਗੇ ਆ ਸਾਹ ਕਿਰਿਆ ਦੇ ਦੌਰਾਨ? ਕਾਰਬਨ ਡਾਈਆਕਸਾਈਡ। ਤਾਂ ਉਹ ਕਾਰਬਨ ਡਾਈਆਕਸਾਈਡ ਪੌਦੇ ਵਰਤਦੇ ਆ ਪ੍ਰਕਾਸ਼ ਸੰਸਲੇਸ਼ਨ ਕਰਨ ਦੇ ਲਈ, ਅਤੇ ਜੇ ਪੌਦੇ ਹੀ ਨਹੀਂ ਹੋਣਗੇ ਉਹ ਕਾਰਬਨ ਡਾਈਆਕਸਾਈਡ ਕੌਣ ਵਰਤੂਗਾ? ਅਤੇ ਉਹ ਕਾਰਬਨ ਡਾਈਆਕਸਾਈਡ ਦਾ ਪੱਧਰ ਜਿਹੜਾ ਹੈਗਾ ਵਾਯੂਮੰਡਲ ਵਿੱਚ ਵੱਧ ਜਾਏਗਾ, ਜਿਸ ਨਾਲ ਪ੍ਰਿਥਵੀ ਦੇ ਆਸ-ਪਾਸ ਵਾਯੂਮੰਡਲ ਦਾ ਤਾਪਮਾਨ ਬਹੁਤ ਵਧੇਗਾ, ਪ੍ਰਦੂਸ਼ਣ ਬਹੁਤ ਜ਼ਿਆਦਾ ਵਧੇਗਾ। ਅਤੇ ਇੱਕ ਇਹ ਹੈਗਾ ਕਿ ਜੰਗਲ ਜਿਹੜੇ ਹੈਗੇ ਆ ਮਿੱਟੀ ਵਿੱਚੋਂ ਪਾਣੀ ਨੂੰ ਸੋਖਣ ਦਾ ਕੰਮ ਕਰਦੇ ਆ, ਕਿਉਂਕਿ ਜੜ੍ਹਾਂ ਜਿਹੜੀਆਂ ਹੈਗੀਆਂ ਉਹ ਜ਼ਮੀਨ 'ਚੋਂ ਪਾਣੀ ਲੈਂਦੀਆਂ ਅਤੇ ਉਹਨਾਂ ਦਾ ਉਹਨਾਂ ਨੇ ਪਾਣੀ ਖਿੱਚ ਕੇ ਉੱਪਰ ਪੱਤਿਆਂ ਤੱਕ ਲੈ ਕੇ ਜਾਣਾ। ਅਤੇ ਜੇ ਜੰਗਲ ਹੀ ਕੱਟ ਦਿੱਤੇ ਗਏ ਫਿਰ ਜੜ੍ਹਾਂ ਜਾਂ ਦਰਖਤ ਪਾਣੀ ਕਿਵੇਂ ਸੋਖਣਗੇ? ਤਾਂ ਉਹ ਜਿਹੜਾ ਮਿੱਟੀ ਹੈਗੀ ਆ ਉਹ ਬੰਜਰ ਹੋ ਜਾਏਗੀ। ਜੰਗਲਾਂ ਦੀ ਕਟਾਈ ਦੇ ਕਰਕੇ ਮਿੱਟੀ ਬੰਜਰ ਹੋ ਸਕਦੀ ਹੈ, ਅਤੇ ਜੇ ਬੰਜਰ ਹੋਊਗੀ ਉੱਥੇ ਸੋਕਾ ਆ ਸਕਦਾ ਹੈ, ਮਿੱਟੀ ਵਿੱਚ ਰਹਿਣ ਵਾਲੇ ਜੀਵ ਜੰਤੂ ਵੀ ਮਰ ਜਾਣਗੇ ਅਤੇ ਲੋਕਾਂ ਨੂੰ ਪਾਣੀ ਵੀ ਨਹੀਂ ਮਿਲੇਗਾ। ਸੋਕੇ ਨਾਲ ਇਸ ਤਰ੍ਹਾਂ ਦੀ ਕੁਦਰਤੀ ਪ੍ਰਕੋਪੀ ਜਿਹੜੀ ਹੈਗੀ ਆ ਉਹ ਆ ਸਕਦੀ ਹੈ। ਤਾਂ ਜੇ ਜੰਗਲਾਂ ਦੀ ਕਟਾਈ ਇਸੇ ਤਰ੍ਹਾਂ ਚੱਲਦੀ ਰਹੀ, ਇੱਕ ਜੰਗਲ ਜਿੱਥੇ ਹੋਣਗੇ ਉੱਥੇ ਮੀਂਹ ਵੀ ਪਊਗਾ, ਅਤੇ ਜੇ ਜੰਗਲ ਨਾ ਹੋਏ ਤਾਂ ਮੀਂਹ ਵੀ ਨਹੀਂ ਪੈਣਾ। ਤਾਂ ਸੋਕੇ ਦੀ ਕੰਡੀਸ਼ਨ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਨੁਕਸਾਨ ਕਰੇਗੀ। ਕਾਰਬਨ ਡਾਈਆਕਸਾਈਡ ਗੈਸ ਜਿਹੜੀ ਹੈਗੀ ਹੈ ਉਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਸਾਹ ਕਿਰਿਆ ਦੌਰਾਨ ਆਪਣੇ ਵੱਲੋਂ ਛੱਡੀ ਜਾਂਦੀ ਹੈ ਅਤੇ ਪ੍ਰਕਾਸ਼ ਸੰਸਲੇਸ਼ਨ ਪੌਦੇ ਉਸ ਨੂੰ ਵਰਤਦੇ ਹੈ, ਅਤੇ ਇਹਦਾ ਵੀ ਅਸੰਤੁਲਨ ਹੋ ਜਾਏਗਾ। ਅਤੇ ਇੱਕ ਕਾਰਬਨ ਡਾਈਆਕਸਾਈਡ ਦਾ ਕੰਮ ਕੀ ਹੈਗਾ ਕਿ ਇਹ ਸੂਰਜ ਦੀ ਗਰਮੀ ਨੂੰ ਸੋਖ ਕੇ 10 ਗੁਣਾ ਕਰਕੇ ਧਰਤੀ 'ਤੇ ਭੇਜਦੇ ਆ, ਜਿਸ ਕਰਕੇ ਨਿੱਘ ਪੈਦਾ ਹੁੰਦਾ ਹੈ ਆਪਣੇ ਸਰਦੀਆਂ ਦੌਰਾਨ। ਪਰ ਜੇ ਕਾਰਬਨ ਡਾਈਆਕਸਾਈਡ ਦਾ ਪੱਧਰ ਇੰਨਾ ਜ਼ਿਆਦਾ ਵੱਧ ਗਿਆ ਤਾਂ ਉਹਦੇ ਨਾਲ ਗਲੋਬਲ ਵਾਰਮਿੰਗ ਹੋ ਜਾਏਗੀ, ਪੂਰੀ ਦੀ ਪੂਰੀ ਧਰਤੀ ਗਰਮ ਹੋ ਜਾਏਗੀ, ਜਿਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਣਗੇ। ਉਸ ਦੀ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧਣ ਦੇ ਨਾਲ ਸਮੁੰਦਰ ਜਿਹੜੇ ਹੈਗੇ ਆ ਉਹਨਾਂ ਵਿੱਚ ਪਾਣੀ ਦਾ ਪੱਧਰ ਬਹੁਤ ਵੱਧ ਜਾਏਗਾ। ਪਾਣੀ ਦਾ ਪੱਧਰ ਵੱਧ ਗਿਆ ਤਾਂ ਸਮੁੰਦਰਾਂ ਦੇ ਨੇੜੇ ਦੇ ਜਿਹੜੇ ਸ਼ਹਿਰ ਹੈਗੇ ਆ ਉਹ ਡੁੱਬ ਜਾਣਗੇ। ਤਾਂ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਜਿਹੜੀ ਹੈਗੀ ਆ ਉਹਦੇ ਕਰਕੇ ਉੱਥੇ ਰਹਿਣ ਵਾਲੇ ਜੀਵ ਜਾਂ ਉੱਥੋਂ ਦੀ ਜਿਹੜੀ ਵਨਸਪਤੀ ਹੈਗੀ ਆ ਉਹਨਾਂ ਸਾਰਿਆਂ 'ਤੇ ਬਹੁਤ ਗਹਿਰਾ ਅਸਰ ਪਵੇਗਾ। ਅਤੇ ਮਿੱਟੀ ਜਿਹੜੀ ਹੈਗੀ ਆ ਜਦੋਂ ਉੱਥੇ ਸੋਕਾ ਆ ਗਿਆ ਤਾਂ ਮਿੱਟੀ ਕਾਹਦੇ 'ਚ ਤਬਦੀਲ ਹੋ ਜਾਏਗੀ? ਮਾਰੂਥਲ ਦੇ ਵਿੱਚ। ਤਾਂ ਉਹ ਬਿਲਕੁਲ ਢਿੱਲੀ ਮਿੱਟੀ ਹੋ ਜਾਏਗੀ, ਜਿਹੜੀ ਮਾੜੀ ਜਿਹੀ ਹਵਾ ਦੇ ਨਾਲ ਵੀ ਉਹ ਉੱਡ ਸਕਦੀ ਹੈ। ਤਾਂ ਉਹ ਮਾਰੂਥਲ ਬਣ ਗਏ। ਤਾਂ ਉਸ ਵਿਧੀ ਨੂੰ ਆਪਾਂ ਕੀ ਕਹਿੰਦੇ ਹੈਗੇ ਆ? ਮਾਰੂਥਲੀਕਰਨ। ਜਦੋਂ ਹੌਲੀ ਹੌਲੀ ਉਪਜਾਊ ਮਿੱਟੀ ਜਿਹੜੀ ਆ ਮਾਰੂਥਲ ਦੇ ਵਿੱਚ ਬਦਲ ਜਾਂਦੀ ਹੈ। ਤਾਂ ਇਹ ਜੰਗਲ ਜਿਹੜੇ ਹੈਗੇ ਆ ਇਹ ਬਹੁਤ ਸਾਰੇ ਕੰਮ ਕਰਦੇ ਹੈਗੇ ਆ। ਭੂਮੀ ਨੂੰ ਉਪਜਾਊ ਬਣਾਉਂਦੇ ਹੈਗੇ ਆ, ਮਿੱਟੀ ਦੇ ਰਾਹੀਂ ਪਾਣੀ ਨੂੰ ਉੱਤੇ ਕਰਕੇ ਰੱਖਦੇ ਆ, ਪਾਣੀ ਦਾ ਪੱਧਰ ਜਿਹੜਾ ਸਹੀ ਬਣਾ ਕੇ ਰੱਖਦੇ ਆ। ਅਤੇ ਇੱਕ ਜੇ ਹੜ੍ਹ ਆਉਂਦੇ ਆ ਤਾਂ ਇਹੀ ਦਰਖਤ ਪਾਣੀ ਦੇ ਜਿਹੜੇ ਵੇਗ ਨੂੰ ਘਟਾਉਂਦੇ ਆ, ਜਿਸ ਕਰਕੇ ਹੜ੍ਹਾਂ ਦਾ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਗਾ। ਪਰ ਜੇ ਦਰਖਤ ਹੀ ਨਾ ਹੋਏ ਤਾਂ ਫਿਰ ਹੜ੍ਹ ਜਿਹੜੇ ਆ ਉਹ ਆਉਣਗੇ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ। ਹੁਣ ਜੰਗਲ ਅਤੇ ਜੰਗਲੀ ਜੀਵਨ ਦੀ ਸੁਰੱਖਿਆ, ਉਹ ਸੁਰੱਖਿਆ ਕਰਨ ਦੇ ਲਈ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਕੁਝ ਕੁ ਸਥਾਨ ਜਿਹੜੇ ਨਿਰਧਾਰਿਤ ਕੀਤੇ ਗਏ ਆ ਜਿੱਥੋਂ ਕਿ ਜੰਗਲੀ ਜੀਵਨ ਦੀ ਸੁਰੱਖਿਆ ਕੀਤੀ ਜਾਂਦੀ ਹੈਗੀ ਹੈ। ਜਿਵੇਂ
सब तो पहला एक बड़ी वधिया उदाहरण हैगी है अपने को एक चित्र भी हैगा पंचमढ़ी जीव मंडल रिजर्व खेत्र है ये। तो ये पंचमढ़ी जीव मंडल जिहड़ा रिजर्व नामक खेत्र हैगा इत्थे बहुत ज़्यादा पौधे ते जिहड़े जंतु है वो हैगे बिल्कुल हिमालय पर्वत दीयां चोटियां ते उहदे हेठले पश्चिमी घाट विच मिलण वाले पौधे जंतुआं वर्गे ही हन इत्थे। मतलब ये खेत्र बहुत ठंडा हैगा ते ये खेत्र जिहड़ा हैगा ये हिमाचल च नहीं गा, ये भारत के होर खेत्र च भारत के मध्य विच है, पहाड़ी एरिया नहीं हैगा। पर फिर भी उत्थों का खेत्र इन्ना संभाल के रखा होया है कि उत्थों का जिहड़ा वायुमंडल है उत्थों का वातावरण सारा वो बिल्कुल ऐ हिमाचल वर्गा लगता हैगा ते बड़े वधिया स्थान हैगे उत्थे। उत्थे सतपुरा राष्ट्रीय पार्क भी हैगा पंचमढ़ी दे विच, पंचमढ़ी रखां हैगियां उत्थे, रिजर्व खेत्र भी उत्थे हैगा। तो बहुत सारे खेत्र हैगे उस दे विच। तो इस तरह के बहुत सारे स्थान हैगे आ जिन्हां नाल के अपने वायुमंडल नूं अपनी पूरी धरती नूं सुरक्षित करके रखा जा सकता है। किस परपस लिए कि उत्थे जिहड़े जंगली जानवर है तो जंगली पौधे है या होर पौधे है वो सारे बचे रहन। जंगली जीवन रखां नैशनल पार्क ते जीव मंडल रिजर्व ये मुख तौर पर अजिहे खेत्र हैगे आ जिहड़े पौधों ते जंतुओं के लिए दे सुरक्षण के लिए सब तो वधिया। तो हुण आम तौर पर इन्हां खेत्रां दे विच की हुंदा जिहड़े पौधा जगत जंतु जगत ते होर निवास स्थान जिहड़े बचा के रखण लई सुरक्षित खेत्र बनाए गए आ। इन्हां खेत्रां 'च पौधे उगाउणे ते इस तरह ही खेती करनी, पशु चराउणे, दरख्तां दी कटाई, शिकार करना, इन्हां सारे कामां दी इत्थे मनाही है। तो हुण आपां नूं कुछ परिभाषावां जान लैणीआं चाहीदियां जिवें रखां दी की परिभाषा हुंदी है। वो खेत्र है जिथे जंतुआं अते उन्हां दे निवास स्थान नूं किसी भी तरह की दखल अंदाजी तो बचा के रखा जाता है। मतलब उत्थे मनुख बिल्कुल नहीं जा सकता, बचा के रखा जाता, उन्होंने रख कहने आपां। इस तरह नैशनल पार्क जिहड़े हैगे आ ये अजिहा खेत्र हुंदा है जिहड़ा कि जिथे कि उस सुतंत्रता दे नाल जिहड़े जंगली जीव हैगे आ वो अपना निवास कर सकते हैं ते होर कुदरती स्रोत जिहड़े हैगे आ उन्हां दी वरतों भी कर सकते हैं। तो इस तरह जीव मंडल रिजर्व जिहड़े हैगे आ ये की करते हैं कि इहो जिहा विशाल खेत्र है जिथे पौधों ते जंतुआं ते आदिवासियों परंपरागत जीवन ढंगां अनुसार जिउंदे रहण लई सुरक्षित रखा जाता है। देखो ये हाल ही भी अपने भारत विच इहो जिहे समुदाय हैगे आ, इहो जिहियां आदिवासी प्रजातियां हैगियां जिहड़ियां कि जीव मंडल रिजर्वां दे विच रहिंदियां। बहुत सारे खेत्र हैगे अपने। तो आपां एक जिहड़ी हैगी इस दी सारणी भी बनावांगे जिवें कि तुहानूं चित्र किताब च भी हैगी है कि मेरे जिले च, मेरे प्रांत दे विच ते मेरे देश दे विच। मेरे जिले विच मतलब जिहड़े जिले च तुसीं वसनीक करदे हो, मेरे प्रदेश दे विच भाव पंजाब दे विच, जिवें आपां पंजाबी दी गल कर रहे हैं तो पंजाब दी ही गल करांगे। तो मेरे देश भाव भारत दे विच ये तिन्नां दे विच तुसीं नैशनल पार्क, जंगली जीवन रख ते जीव मंडल रिजर्व ये तुसी गूगल ते कोशिश करनी है लभन दी भी तुहानूं किते मिल जान नैशनल पार्क, जंगली जीवन रख ते जीव मंडल रिजर्व। तो वो जरूर ये लिस्ट तुसी करनी हैगी इस विच उसनूं भरना हैगा। तो हुण आपां इन्हां सारे सुरक्षित स्थानां बारे डिटेल विच गल करांगे। जिवें सब तो पहला आपां जीव मंडल रिजर्व की गल कर रहे हैं। जीव मंडल रिजर्व की तुसी परिभाषा देख ही लई सी पहलां भी अजिहा खेत्र हैगा जिथे बहुत सारे पौधे जंतुआं आदिवासियों नूं परंपरागत जीवन ढंगां अनुसार रहण दे लई सुरक्षित किया जाता हैगा। तो जीव मंडल रिजर्व जिहड़े हैगे आ आम तौर पर जैव विभिन्नता की सुरक्षा लई बनाए गए हैं। जैव विभिन्नता भाव वख-वख किस्म दीयां प्रजातियां पौधों दीयां या जंतुआं दीयां उन्होंने जैव विभिन्नता कहने हैगे। तो जीव मंडल रिजर्व की जी एक उदाहरण तुहानूं दसी है पंचमढ़ी जीव मंडल रिजर्व खेत्र हैगा जिहड़ा ये तुसीं उस दे विच कंसीडर कर सकते हैगे। तो इस तरह आपां बहुत सारियां प्रजातियां की इस विच गल करांगे जिहड़ियां जिहड़ियां हो सकदियां इन्हां जीव मंडलों के अंदर। जिवें कि तुसीं चित्र दे विच देख रहे हो
ਅਲੱਗ-ਅਲੱਗ ਤਰ੍ਹਾਂ ਦੇ ਜੰਗਲੀ ਜਾਨਵਰ ਜਿਹੜੇ ਹੈਗੇ ਆ ਉਹ ਤੁਸੀਂ ਚਿੱਤਰ ਵਿੱਚ ਦੇਖ ਰਹੇ ਹੋ, ਜਿਹੜੇ ਕਿ ਇਹਨਾਂ ਜੰਗਲੀ ਜੀਵਨ ਰੱਖਾਂ ਦੇ ਵਿੱਚ ਹੁੰਦੇ ਹਨ। ਤਾਂ ਆਹ ਪੌਦੇ ਇਹ ਫਰਨ ਹੈ। ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਪੌਦਿਆਂ ਦੀਆਂ ਪ੍ਰਜਾਤੀਆਂ ਹੈਗੀਆਂ ਜਿਹੜੀਆਂ ਕਿ ਇਹਨਾਂ ਜੀਵ ਮੰਡਲ ਰਿਜ਼ਰਵਾਂ ਦੇ ਵਿੱਚ ਹੁੰਦੀਆਂ। ਤਾਂ ਆਮ ਤੌਰ 'ਤੇ ਹੋਰ ਬਹੁਤ ਸਾਰੇ ਇੱਥੇ ਸਾਗਵਾਨ ਦੇ ਲੰਮੇ ਲੰਮੇ ਦਰਖਤ ਹੁੰਦੇ ਆ ਜੀਵ ਮੰਡਲ ਰਿਜ਼ਰਵ ਖੇਤਰ ਦੇ ਵਿੱਚ। ਤਾਂ ਇਹ ਅਜਿਹਾ ਖੇਤਰ ਹੈ ਜਿੱਥੇ ਕਿ ਪੌਦਿਆਂ ਅਤੇ ਜੰਤੂਆਂ ਦੀਆਂ ਪ੍ਰਜਾਤੀਆਂ ਨੂੰ ਬਾਹਲੀ ਉਹਨਾਂ ਦੀ ਛੇੜਛਾੜ ਨਹੀਂ ਕੀਤੀ ਜਾਂਦੀ ਗੀ, ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਂਦਾ ਗਾ। ਉਹ ਆਜ਼ਾਦੀ ਨਾਲ ਇਹਨਾਂ ਖੇਤਰਾਂ ਵਿੱਚ ਰਹਿੰਦੇ ਹਨ। ਤੋ ਜਿਹੜੇ ਪੌਦੇ ਹੈਗੇ ਆ ਕਈ ਖਾਸ ਕਿਸਮ ਦੇ ਇੱਥੇ ਹੈਗੇ ਆ, ਉਹਨਾਂ ਨੂੰ ਮਤਲਬ ਆਮ ਤੌਰ 'ਤੇ ਜਿਹੜਾ ਉਸ ਖੇਤਰ ਦੀ ਬਨਸਪਤੀ ਜਾਤ ਕਿਹਾ ਜਾਂਦਾ ਅਤੇ ਜੰਤੂਆਂ ਨੂੰ ਉਸ ਖੇਤਰ ਦੀ ਪ੍ਰਾਣੀ ਜਾਤ ਕਿਹਾ ਜਾਂਦਾ। ਹੁਣ ਜੀਵ ਮੰਡਲ ਰਿਜ਼ਰਵ ਦੇ ਕੁਛ ਆਪਣੇ ਕੋਲ ਇੱਥੇ ਪੌਦੇ ਅਤੇ ਜੰਤੂਆਂ ਦੀ ਗੱਲ ਹੈਗੀ ਆ ਵੀ ਉਹ ਕਿਹੜੇ ਕਿਹੜੇ ਹੋ ਸਕਦੇ, ਜਿਵੇਂ ਕਿ ਇੱਥੇ ਲਿਖੇ ਹੋਏ ਆ, ਤੁਸੀਂ ਪੜ੍ਹ ਸਕਦੇ ਆ, ਸਾਲ, ਸਾਗਵਾਨ, ਅੰਬ, ਜਾਮਨ, ਸਿਲਵਰ ਫਰਨ। ਇਸੇ ਤਰ੍ਹਾਂ ਜਾਨਵਰ ਜਿਹੜੇ ਹੈਗੇ ਚੰਗਾਰਾ, ਨੀਲ ਗਾਂ ਹੈਗੀ ਆ ਉੱਥੇ, ਇਸੇ ਤਰ੍ਹਾਂ ਹਿਰਨ ਹੈ, ਤੇਂਦੂਆ, ਜੰਗਲੀ ਕੁੱਤਾ, ਭੇੜੀਆ ਆਦਿ। ਇਹ ਸਾਰੇ ਇਸ ਜਿਹੜਾ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਸੀਗਾ ਪੰਚਮੜੀ ਰਿਜ਼ਰਵ ਖੇਤਰ ਜਿਹੜਾ ਹੈਗਾ ਜੀਵ ਮੰਡਲ ਰਿਜ਼ਰਵ ਹੈ, ਉਸ ਦੇ ਵਿੱਚ ਇਹ ਸਾਰੇ ਜਾਨਵਰ ਹੈਗੇ। ਅਤੇ ਇੱਕ ਹੋਰ ਗੱਲ ਦੱਸਾਂ ਤੁਹਾਨੂੰ, ਪੰਚਮੜੀ ਦੇ ਵਿੱਚ ਬਹੁਤ ਸਾਰੇ ਸਕਾਊਟ ਦੇ ਕੈਂਪ ਲੱਗਦੇ ਆ। ਸਕਾਊਟਿੰਗ ਤੁਹਾਡੇ ਸਕੂਲਾਂ 'ਚ ਚੱਲਦੀ ਹੈ, ਕਈ ਵਾਰੀ ਰਾਸ਼ਟਰਪਤੀ ਲੈਵਲ ਦੇ ਜਿਹੜੇ ਕੈਂਪ ਹੈਗੇ ਉੱਥੇ ਲੱਗਦੇ ਆ, ਜਾਂ ਨੈਸ਼ਨਲ ਲੈਵਲ ਦੇ ਕਈ ਕੈਂਪ ਉੱਥੇ ਲੱਗਦੇ ਆ, ਕਿਉਂਕਿ ਉਹ ਸਾਈਟ ਹੀ ਐਡੀ ਸੋਹਣੀ ਹੈਗੀ ਹੈ ਦੇਖਣ ਦੇ ਪਰਪਸ ਲਈ ਵੀ ਅਤੇ ਕੈਂਪਿੰਗ ਦੇ ਪਰਪਸ ਲਈ ਬਹੁਤ ਵਧੀਆ। ਹੁਣ ਆਪਾਂ ਗੱਲ ਕਰਾਂਗੇ ਖਾਸ ਸਥਾਨਕ ਪ੍ਰਜਾਤੀਆਂ ਦੀ। ਨਾਮ ਤੋਂ ਹੀ ਕਲੀਅਰ ਹੈ, ਖਾਸ ਸਥਾਨਕ ਭਾਵ ਕਿਸੇ ਖਾਸ ਸਥਾਨ ਦੀ ਪ੍ਰਜਾਤੀ। ਹੁਣ ਪੌਦਿਆਂ ਦੀਆਂ ਜਾਂ ਜੰਤੂਆਂ ਦੀਆਂ ਕਈ ਖਾਸ ਸਥਾਨਕ ਪ੍ਰਜਾਤੀਆਂ ਹੁੰਦੀਆਂ ਵੀ ਉਹ ਕਿਸੇ ਉਸ ਖੇਤਰ ਵਿੱਚ ਹੀ ਮਿਲਦੀਆਂ, ਕਿਸੇ ਹੋਰ ਸਥਾਨ 'ਤੇ ਨਹੀਂ ਉਹ ਮਿਲਦੀਆਂ। ਤਾਂ ਉਸ ਪ੍ਰਜਾਤੀਆਂ ਨੂੰ ਚਾਹੇ ਉਹ ਪੌਦਿਆਂ ਦੀ ਹੋਵੇ ਅਤੇ ਚਾਹੇ ਉਹ ਜੰਤੂਆਂ ਦੀ ਹੋਵੇ, ਉਹਨੂੰ ਖਾਸ ਸਥਾਨਕ ਪ੍ਰਜਾਤੀ ਕਿਹਾ ਜਾਂਦਾ ਹੈਗਾ। ਜਿਵੇਂ ਇੱਥੇ ਇੱਕ ਦਿਓ ਕੱਦ ਕਾਟੋ ਦੱਸੀ ਹੈਗੀ ਹੈ, ਵਿਸ਼ਾਲ ਗਲਹਿਰੀ ਹੈ। ਤੋ ਇਹ ਕਿਸੇ ਖਾਸ ਖੇਤਰ 'ਚ ਹੋ ਸਕਦੀ ਹੈ ਜੰਗਲ ਦੇ ਅੰਦਰ, ਇਹ ਨਹੀਂ ਵੀ ਹਰ ਕਿਸੇ 'ਚ ਹੋਵੇਗੀ ਇਹ। ਇਸੇ ਤਰ੍ਹਾਂ ਪੰਚਮੜੀ ਜਿਹੜਾ ਜੀਵ ਮੰਡਲ ਰਿਜ਼ਰਵ ਹੈਗਾ ਉਹ 'ਚ ਜੰਗਲੀ ਅੰਬ ਬੜਾ ਕਾਮਨ ਹੈਗਾ, ਇਹਦਾ ਦਰਖਤ ਜਿਹੜਾ ਜੰਗਲੀ ਅੰਬ ਦਾ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ, ਆਹ ਦੇਖੋ ਜਿਹੜਾ ਚਿੱਤਰ ਤੁਹਾਨੂੰ ਦਿਖਾਇਆ ਵਿਸ਼ਾਲ ਗਲਹਿਰੀ ਦਾ, ਇਹ ਵੀ ਜੀਵ ਮੰਡਲ ਰਿਜ਼ਰਵ ਦੀ ਪਛਾਣ ਹੈ। ਇਹ ਉਸ ਜਿਹੜਾ ਪੰਚਮੜੀ ਜੀਵ ਮੰਡਲ ਰਿਜ਼ਰਵ ਹੈ। ਤਾਂ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਕੁਦਰਤੀ ਪ੍ਰਜਾਤੀਆਂ ਹੈਗੀਆਂ, ਚਾਹੇ ਉਹ ਜੰਤੂਆਂ ਦੀਆਂ ਅਤੇ ਚਾਹੇ ਉਹ ਪੌਦਿਆਂ ਦੀਆਂ, ਉਹ ਸਾਰੀਆਂ ਉੱਥੇ ਹੈਗੀਆਂ। ਤਾਂ ਪ੍ਰਜਾਤੀ ਦੀ ਪਰਿਭਾਸ਼ਾ ਕੀ ਹੈਗੀ ਆ? ਸਜੀਵਾਂ ਦਾ ਅਜਿਹਾ ਸਮੂਹ ਹੁੰਦਾ ਹੈ ਜਿਹੜੇ ਇੱਕ ਦੂਜੇ ਨਾਲ ਅੰਤਰ ਜਨਨ ਕਰਨ ਦੇ ਯੋਗ ਹੁੰਦੇ ਹਨ। ਜਨਨ ਕਿਰਿਆ ਕੀ ਹੈਗੀ ਹੈ? ਜਿਸ ਨਾਲ ਇੱਕ ਪ੍ਰਜਾਤੀ ਆਪਣੇ ਵਰਗੇ ਹੋਰ ਪ੍ਰਜਾਤੀਆਂ ਨੂੰ ਜਨਮ ਦਿੰਦੀ ਆ, ਉਹਨੂੰ ਜਨਨ ਕਿਰਿਆ ਕਹਿੰਦੇ ਆ। ਇੱਕ ਪ੍ਰਜਾਤੀ ਦੇ ਮੈਂਬਰ ਕੇਵਲ ਆਪਣੀ ਪ੍ਰਜਾਤੀ ਦੇ ਮੈਂਬਰ ਨਾਲ ਹੀ ਜਨਨ ਕਿਰਿਆ ਕਰਕੇ ਸੰਤਾਨ ਪੈਦਾ ਕਰ ਸਕਦੇ ਹਨ, ਦੂਸਰੀ ਪ੍ਰਜਾਤੀ ਨਾਲ ਨਹੀਂ। ਤਾਂ ਇੱਥੋਂ ਤੁਸੀਂ ਪ੍ਰਜਾਤੀ ਦੀ ਪਰਿਭਾਸ਼ਾ ਸਮਝ ਗਏ ਹੋਵੋਗੇ ਵੀ ਉਹਨਾਂ ਦੇ ਲੱਛਣ ਵੀ ਜਿਹੜੇ ਹੈਗੇ ਆ ਉਹ ਸਮਾਨ ਹੁੰਦੇ ਹਨ। ਤਾਂ ਇਸ ਪਾਠ ਦੇ ਵਿੱਚ ਕੁਝ ਕਿਰਿਆਵਾਂ ਵੀ ਹੈਗੀਆਂ, ਜਿਸ ਦੇ ਵਿੱਚ ਤੁਹਾਡੇ ਕੋਲ ਇੱਕ ਆਹ ਕਿਰਿਆ ਹੈਗੀ 7.4, ਜਿਸ ਦੇ ਵਿੱਚ ਤੁਸੀਂ ਆਪਣੇ ਪਿੰਡ ਦੀ ਅਲੱਗ-ਅਲੱਗ ਪੌਦਿਆਂ ਅਤੇ ਜੰਤੂਆਂ ਦੀਆਂ ਜਿਹੜੀਆਂ ਆਮ ਨਾਮ ਤੁਸੀਂ ਹੈਗੇ ਉਹਨਾਂ ਦੀ ਲਿਸਟ ਬਣਾ ਕੇ ਰੱਖਣੀ ਹੈ ਵੀ ਤੁਸੀਂ ਕਿਹੜੇ-ਕਿਹੜੇ ਜਾਨਵਰ ਦੇਖੇ ਆਪਣੇ ਆਸ-ਪਾਸ, ਜੇ ਤੁਸੀਂ ਘੁੰਮਣ ਗਏ ਤਾਂ ਉੱਥੇ, ਜਾਂ ਕਿਹੜੇ-ਕਿਹੜੇ ਪੌਦੇ ਦੇਖੇ, ਤੁਸੀਂ ਉਹਨਾਂ ਦੀ ਲਿਸਟ ਬਣਾਉਣੀ ਹੈਗੀ ਹੈ, ਇੱਕ ਪੌਦਿਆਂ ਦੀ ਲਿਸਟ ਅਤੇ ਜੰਤੂਆਂ ਦੀ ਲਿਸਟ। ਉਹ ਤੁਹਾਡੇ ਕੋਲ ਜੈਵ ਵਿਭਿੰਨਤਾ ਹੋ ਜਾਏਗੀ ਤੁਹਾਡੀ ਉੱਥੋਂ ਦੀ। ਤਾਂ ਇਹ ਲਿਸਟ ਤੁਸੀਂ ਆਪਣੇ ਖਾਸ ਸਥਾਨਕ ਖੇਤਰ ਦੀ ਬਣਾ ਸਕਦੇ ਆ। ਜੇ ਤੁਹਾਨੂੰ ਕੋਈ ਖਾਸ ਪੌਦਾ ਮਿਲਦਾ ਹੈਗਾ ਤਾਂ ਉਹ ਵੀ ਪਛਾਣ ਕਰ ਲੈਣੀ ਹੈ ਵੀ ਇਹ ਸਾਡੇ ਖੇਤਰ ਦਾ ਹੀ ਪੌਦਾ ਹੈਗਾ। ਜਿਵੇਂ ਪਹਾੜੀ ਖੇਤਰਾਂ ਦੇ ਵਿੱਚ ਚੀਲ ਅਤੇ ਦਿਓਦਾਰ ਹੈ, ਤਾਂ ਆਪਣੇ ਖੇਤਰਾਂ ਦੇ ਵਿੱਚ ਜਿਹੜੇ ਪੌਦੇ ਜਿਵੇਂ ਨਿੰਮ ਹੈ, ਠੀਕ ਆ, ਬੋਹੜ ਹੈਗੇ ਆ, ਇਹ ਆਪਣੇ ਖੇਤਰ ਦੇ, ਇਹ ਪਹਾੜਾਂ ਵਿੱਚ ਨਹੀਂ ਹੁੰਦੇ ਗੇ, ਕਿਉਂਕਿ ਇਹਨਾਂ ਨੂੰ ਮਤਲਬ ਉਸ ਤਰ੍ਹਾਂ ਦਾ ਵਾਤਾਵਰਨ ਵਾਯੂਮੰਡਲ ਚਾਹੀਦਾ ਜਿਸ 'ਚ ਉਹ ਗਰੋ ਕਰ ਸਕਦੇ ਆ। ਹੁਣ ਆਪਾਂ ਗੱਲ ਕਰਾਂਗੇ ਜੰਗਲੀ ਜੀਵਨ ਰੱਖਾਂ ਬਾਰੇ ਕੁਛ ਹੋਰ, ਜਿਵੇਂ ਪੰਚਮੜੀ ਬਾਰੇ ਤੁਹਾਨੂੰ ਦੱਸਿਆ ਸੀਗਾ।
ਇਹਨਾਂ ਜੰਗਲੀ ਜੀਵਨ ਰੱਖਾਂ ਦੇ ਵਿੱਚ ਆਮ ਤੌਰ 'ਤੇ ਤਾਂ ਜਾਨਵਰਾਂ ਨੂੰ ਮਾਰਨ ਦੀ ਮਨਾਹੀ ਹੁੰਦੀ ਹੈ ਪੂਰਨ ਰੂਪ ਦੇ ਵਿੱਚ, ਪਰ ਫਿਰ ਵੀ ਕਈ ਇਹੋ ਜਿਹੇ ਹੁੰਦੇ ਆ ਸ਼ਿਕਾਰੀ ਜਿਹੜੇ ਚੋਰੀ ਛੁਪੇ ਆਉਂਦੇ ਅਤੇ ਬਹੁਤ ਸਾਰੇ ਜਾਨਵਰਾਂ ਦਾ ਸ਼ਿਕਾਰ ਕਰ ਜਾਂਦੇ ਆ, ਤਾਂ ਉਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਜੰਗਲੀ ਜੀਵ ਹੈਗੇ ਆ ਉਹਨਾਂ 'ਤੇ ਸੰਕਟ ਆ ਜਾਂਦਾ। ਫਿਰ ਉਹਨਾਂ ਪ੍ਰਜਾਤੀਆਂ ਨੂੰ ਸੰਕਟਕਾਲੀਨ ਜੰਗਲੀ ਜੀਵ ਕਿਹਾ ਜਾਂਦਾ ਹੈ। ਸੰਕਟਕਾਲੀਨ, ਹੁਣ ਸੰਕਟਕਾਲੀਨ ਜੰਗਲੀ ਜੀਵ ਕਿਹੜੇ ਕਿਹੜੇ ਹੈਗੇ ਆ, ਜਿਵੇਂ ਕਾਲਾ ਹਿਰਨ ਹੈ, ਸਫੈਦ ਅੱਖਾਂ ਵਾਲੇ ਹਿਰਨ ਹੈ, ਹਾਥੀ ਹੈ, ਇਸ ਵਿੱਚ ਸੁਨਹਿਰੀ ਬਿੱਲੀ ਹੈ, ਗੁਲਾਬੀ ਸਿਰ ਵਾਲੀ ਬੱਤਖ ਹੈ, ਘੜਿਆਲ ਹੈ, ਇਸੇ ਤਰ੍ਹਾਂ ਮਗਰਮੱਛ, ਅਜਗਰ, ਗੈਂਡਾ, ਇਹ ਸਾਰਿਆਂ ਨੂੰ ਇੱਥੇ ਮਤਲਬ ਸਾਂਭ ਕੇ ਰੱਖਿਆ ਜਾਂਦਾ ਹੈ। ਪਰ ਫਿਰ ਵੀ ਇਹਨਾਂ ਸਾਰਿਆਂ ਦਾ ਕਿਤੇ ਨਾ ਕਿਤੇ ਸ਼ਿਕਾਰ ਕਰਿਆ ਜਾਂਦਾ, ਜਿਸ ਦੇ ਨਾਲ ਇਹਨਾਂ ਦੀ ਜਿਹੜੀ ਹੈਗੀ ਹੈ ਸੰਖਿਆ ਉਹ ਘਟ ਜਾਂਦੀ ਹੈ। ਹੁਣ ਬੇਸ਼ੱਕ ਜਿਹੜਾ ਬੰਗਾਲ ਦੇ ਵਿੱਚ ਇੱਕ ਟਾਈਗਰ ਦੇ ਨਾਲ ਸੰਬੰਧਿਤ ਮਿਸ਼ਨ ਚੱਲ ਰਿਹਾ, ਜਿਸ ਦੇ ਵਿੱਚ ਕਿ ਬੰਗਾਲ ਦੇ ਜਿਹੜੇ ਚੀਤੇ ਹੈਗੇ ਉਹਨਾਂ ਨੂੰ ਬਚਾਉਣ ਦੇ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ ਅਤੇ ਬਹੁਤ ਸਾਰੀ ਉਸ ਦੇ ਵਿੱਚ ਜਿਹੜੇ ਸਕਾਰਾਤਮਕ ਨਤੀਜੇ ਵੀ ਮਿਲੇ ਆ ਵੀ ਉਹਨਾਂ ਦੀ ਸੰਖਿਆ ਵਧਣੀ ਸ਼ੁਰੂ ਹੋ ਗਈ ਹੈ। ਨਹੀਂ ਤਾਂ ਪਿੱਛੇ ਜੇ ਉਸ ਬਾਰੇ ਕਿਹਾ ਸੀਗਾ ਕਿ ਜਿਹੜੇ ਚੀਤੇ ਹੈਗੇ, ਟਾਈਗਰ ਹੈਗੇ ਆ, ਉਹਨਾਂ ਦੀ ਗਿਣਤੀ ਬਹੁਤ ਘੱਟ ਜਾਣੀ ਹੈਗੀ ਆ। ਤੋ ਇਸੇ ਤਰ੍ਹਾਂ ਹੀ ਜੰਗਲੀ ਜੀਵਨ ਰੱਖਾਂ ਦੀ ਤਰਜ਼ 'ਤੇ ਹੀ ਇੱਕ ਹੋਰ ਸਥਾਨ ਸੁਰੱਖਿਅਤ ਹੁੰਦਾ ਹੈ, ਉਹ ਹੁੰਦਾ ਚਿੜੀਆ ਘਰ। ਜਿਵੇਂ ਕਿ ਆਪਣੇ ਚੰਡੀਗੜ੍ਹ ਦੇ ਵਿੱਚ ਉਹਦੇ ਨੇੜੇ ਛੱਤਬੀੜ ਹੈਗਾ, ਉਹ ਚਿੜੀਆ ਘਰ ਹੈ, ਉੱਥੇ ਜਾ ਕੇ ਦੇਖਿਆ ਜਾ ਸਕਦਾ। ਉੱਥੇ ਬਹੁਤ ਸਾਰੀਆਂ ਪ੍ਰਜਾਤੀਆਂ ਜੰਤੂਆਂ ਦੀਆਂ, ਪੌਦਿਆਂ ਦੀਆਂ, ਪੰਛੀਆਂ ਦੀਆਂ ਬਹੁਤ ਸਾਰੀਆਂ ਉੱਥੇ ਪ੍ਰਜਾਤੀਆਂ ਹੈਗੀਆਂ, ਤਾਂ ਉੱਥੇ ਉਹ ਨਿਵਾਸ ਕਰਦੇ ਹੈਗੇ ਆ। ਪਰ ਚਿੜੀਆ ਘਰ ਦੇ ਵਿੱਚ ਕੀ ਹੁੰਦਾ ਕਿ ਉੱਥੇ ਬੇਸ਼ੱਕ ਉਹ ਆਪਣੇ ਨਿਵਾਸ ਸਥਾਨ ਦੇ ਵਿੱਚ ਰਹਿੰਦੇ ਆ, ਪਰ ਇੱਕ ਖਾਸ ਦਾਇਰੇ ਦੇ ਵਿੱਚ ਹੀ ਰਹਿੰਦੇ ਆ, ਅਤੇ ਕਿਉਂਕਿ ਉੱਥੇ ਮਨੁੱਖ ਵੀ ਜਾਂਦੇ ਹੈਗੇ ਆ, ਵਿਅਕਤੀ ਵੀ ਜਾਂਦੇ ਆ ਘੁੰਮਣ ਦੇ ਲਈ, ਜੀਵਾਂ ਨੂੰ ਉਹਨਾਂ ਦੀ ਬਕਾਇਦਾ ਟਿਕਟ ਹੁੰਦੀ ਹੈ, ਤਾਂ ਇਸ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਦੇ ਸਥਾਨਾਂ 'ਤੇ ਰੱਖਿਆ ਜਾਂਦਾ ਹੈ ਕਿ ਜਿੱਥੇ ਮਨੁੱਖ ਵੀ ਉਹਨਾਂ ਨੂੰ ਦੇਖ ਸਕਣ। ਕਈ ਵਾਰੀ ਤਾਂ ਜੀਪਾਂ ਦੇ ਰਸਤੇ ਜਾਂ ਇਸ ਤਰ੍ਹਾਂ ਦੇ ਵਾਹਨਾਂ ਦੇ ਰਸਤੇ ਬਹੁਤ ਸਾਰੇ ਜੰਗਲ ਦੇ ਵਿੱਚ ਅੰਦਰ ਜਾਣ ਦਾ ਵੀ ਮੌਕਾ ਮਿਲਦਾ ਹੈਗਾ ਮਨੁੱਖ ਨੂੰ, ਤਾਂ ਪਰ ਉੱਥੇ ਬੜੇ ਬਚਾਅ ਦੇ ਨਾਲ ਜਾਣਾ ਪੈਂਦਾ ਹੈਗਾ। ਹੁਣ ਆਪਾਂ ਗੱਲ ਕਰਾਂਗੇ ਨੈਸ਼ਨਲ ਪਾਰਕ ਦੀ। ਸਤਪੁੜਾ ਨੈਸ਼ਨਲ ਪਾਰਕ ਜਿਹੜਾ ਕਿ ਪੰਚਮੜੀ ਦੇ ਵਿੱਚ ਸਥਿਤ ਹੈਗਾ, ਤੋ ਇਸ ਖੇਤਰ 'ਚ ਬਹੁਤ ਸਾਰੀ ਬਨਸਪਤੀ ਹੈ, ਇਸੇ ਤਰ੍ਹਾਂ ਬਹੁਤ ਸਾਰੇ ਜੀਵ ਜੰਤੂ ਹੈਗੇ ਆ, ਬਹੁਤ ਸਾਰੇ ਕੁਦਰਤੀ ਨਜ਼ਾਰੇ ਉੱਥੇ ਹੈਗੇ ਆ, ਅਤੇ ਇਤਿਹਾਸਕ ਵਸਤੂਆਂ ਵੀ ਹੈਗੀਆਂ ਉੱਥੇ ਜਿਹੜੀਆਂ ਪੁਰਾਣੇ ਵੇਲੇ ਦੀਆਂ। ਉੱਥੇ ਤਾਂ ਆਮ ਤੌਰ 'ਤੇ ਸਭ ਤੋਂ ਉੱਤਮ ਕਿਸਮ ਦਾ ਸਾਗਵਾਨ ਇਹ ਸਤਪੁੜਾ ਨੈਸ਼ਨਲ ਪਾਰਕ ਦੇ ਵਿੱਚ ਮਿਲਦਾ ਹੈਗਾ। ਤਾਂ ਇਹ ਸਤਪੁੜਾ ਨੈਸ਼ਨਲ ਪਾਰਕ ਦੇ ਵਿੱਚ ਵਿਚਲੇ ਆਵਾਸ ਦੇ ਵਿੱਚ ਕਈ ਗੁਫਾਵਾਂ ਵੀ ਹੈਗੀਆਂ, ਜਿਨ੍ਹਾਂ ਗੁਫਾਵਾਂ ਤੋਂ ਇਹ ਪਤਾ ਲੱਗਦਾ ਕਿ ਕਿਸੇ ਵੇਲੇ ਇੱਥੇ ਹੋਰ ਸੱਭਿਅਤਾ ਵੀ ਸੀਗੀ ਪਹਿਲਾਂ, ਅਤੇ ਉਹਨਾਂ ਗੁਫਾਵਾਂ ਦੀਆਂ ਜਿਹੜੀਆਂ ਅੰਦਰਲੀਆਂ ਕੰਧਾਂ ਹੈਗੀਆਂ ਉਹਨਾਂ ਦੇ ਚੱਟਾਨਾਂ ਦੇ ਉੱਤੇ ਕਈ ਚਿੱਤਰਕਲਾ ਵੀ ਕੀਤੀ ਹੋਈ ਆ ਪੁਰਾਣੇ ਵੇਲਿਆਂ ਦੀ। ਲਗਭਗ 55 ਚੱਟਾਨੀ ਗੁਫਾਵਾਂ ਉੱਥੇ ਉਹਨਾਂ ਦੀ ਪਹਿਚਾਣ ਹੋ ਚੁੱਕੀ ਹੈ। ਤਾਂ ਇਹਨਾਂ ਸਾਰੀਆਂ ਕਲਾਕ੍ਰਿਤੀਆਂ ਦੇ ਵਿੱਚ ਪਸ਼ੂਆਂ, ਮਨੁੱਖਾਂ ਦੀ ਲੜਾਈ, ਸ਼ਿਕਾਰ, ਨਾਚ, ਸੰਗੀਤ, ਸਾਜ਼ ਵਾਦਕ ਆਦਿ ਵਜਾਉਂਦੇ ਹੋਏ ਉੱਥੇ ਦਿਖਾਏ ਗਏ ਹੈ। ਤਾਂ ਬਹੁਤ ਸਾਰੇ ਆਦੀਵਾਸੀ ਹਾਲੇ ਵੀ ਸਤਪੁੜਾ ਨੈਸ਼ਨਲ ਪਾਰਕ ਦੇ ਵਿੱਚ ਰਹਿੰਦੇ ਆ, ਉਹਨਾਂ ਦੀਆਂ ਪ੍ਰਜਾਤੀਆਂ ਹਾਲੇ ਵੀ ਹੈਗੀਆਂ। ਅਤੇ ਇਸੇ ਤਰ੍ਹਾਂ ਮੈਂ ਤੁਹਾਨੂੰ ਪ੍ਰੋਜੈਕਟ ਟਾਈਗਰ ਬਾਰੇ ਦੱਸ ਰਿਹਾ ਸੀਗਾ, ਜਿਹੜਾ ਕਿ ਜਿਸ ਦਾ ਮੁੱਖ ਉਦੇਸ਼ ਹੈਗਾ ਕਿ ਬਹੁਤ ਸਾਰੇ ਜਿਹੜੇ ਬਾਘ ਹੈਗੇ ਆ, ਚੀਤੇ ਹੈਗੇ ਆ, ਉਹਨਾਂ ਦੀ ਸੰਖਿਆ ਨੂੰ ਬਚਾ ਕੇ ਰੱਖਣਾ। ਤਾਂ ਕਿਉਂਕਿ ਹੌਲੀ ਹੌਲੀ ਇਹ ਪ੍ਰਜਾਤੀਆਂ ਜਿਹੜੀਆਂ ਅਲੋਪ ਹੁੰਦੀਆਂ ਜਾ ਰਹੀਆਂ, ਤਾਂ ਸਤਪੁੜਾ ਟਾਈਗਰ ਰਿਜ਼ਰਵ ਦੇ ਵਿੱਚ ਜਿਹੜੀ ਇਹਨਾਂ ਚੀਤਿਆਂ ਦੀ ਸੰਖਿਆ ਹੈਗੀ ਆ, ਉਹਦੇ ਵਿੱਚ ਹੁਣ ਵਾਧਾ ਹੋਇਆ। ਕੋਈ ਸਮਾਂ ਸੀਗਾ ਕਿ ਇੱਥੇ ਇਕੱਲੇ ਸ਼ੇਰ, ਹਾਥੀ, ਜੰਗਲੀ ਮੱਝਾਂ, ਬਾਰਾਸਿੰਘਾ ਆਦਿ ਹੀ ਜੀਵ ਹੁੰਦੇ ਸੀਗੇ, ਅਤੇ ਜਿਹੜੀ ਚੀਤਿਆਂ ਦੀ ਸੰਖਿਆ ਸੀ ਉਹ ਬਿਲਕੁਲ ਖਾਤਮੇ ਦੀ ਕਗਾਰ 'ਤੇ ਪਹੁੰਚ ਗਈ ਸੀ, ਆਲਮੋਸਟ ਖਤਮ ਹੋਣ ਵਾਲੇ ਸੀ, ਪਰ ਫਿਰ ਵੀ ਉਹਨਾਂ ਨੂੰ ਬਚਾ ਲਿਆ ਗਿਆ ਅਤੇ ਹੁਣ ਉਹਨਾਂ ਦੀ ਸੰਖਿਆ ਉੱਤੇ ਵੱਧ ਹੈ। ਤਾਂ ਖਾਤਮੇ ਦੀ ਕਗਾਰ 'ਤੇ ਪਹੁੰਚਣ ਵਾਲੀਆਂ ਪ੍ਰਜਾਤੀਆਂ ਆਪਾਂ ਕਿਹਨੂੰ ਕਹਿੰਦੇ ਹਾਂ? ਆਮ ਤੌਰ 'ਤੇ ਜਿਨ੍ਹਾਂ ਦੀ ਸੰਖਿਆ ਨਿਰਧਾਰਤ ਸੀਮਾ ਤੋਂ ਘੱਟ ਰਹਿ ਗਈ ਹੈ। ਹੁਣ ਡਾਇਨਾਸੌਰ ਦੇ ਬਾਰੇ ਆਪਾਂ ਜਾਣਦੇ ਹਾਂ ਕਿ ਲੱਖਾਂ ਸਾਲ ਪਹਿਲਾਂ ਇਹਨਾਂ ਦੀ ਹੋਂਦ ਹੁੰਦੀ ਸੀਗੀ, ਪਰ ਇੱਕਦਮ ਅਲੋਪ ਹੋਏ, ਉਹ ਕਾਰਨ ਨਹੀਂ ਲੱਭੇ। ਕਾਰਨ ਕਈ ਹੈ ਜਿਹੜੇ ਕਹੇ ਜਾਂਦੇ ਉਹਨਾਂ ਦੇ ਅਲੋਪ ਹੋਣ ਦੇ। ਤਾਂ ਇਸੇ ਤਰ੍ਹਾਂ ਬਹੁਤ ਸਾਰੇ ਜਾਨਵਰ ਜਿਵੇਂ ਸੱਪ, ਡੱਡੂ, ਛਿਪਕਲੀ, ਚਮਗਿੱਦੜ, ਉੱਲੂ ਜਿਹੜੇ ਹੈਗੇ ਆ, ਉਹਨਾਂ ਨੂੰ ਅੰਨ੍ਹੇਵਾਹ ਜਿਹੜੇ ਲੋਕ ਮਾਰ ਰਹੇ ਆ। ਤੋ
ਉਹਨਾਂ ਤੋਂ ਕਈ ਤਰ੍ਹਾਂ ਦੇ ਉਤਪਾਦ ਜਿਹੜੇ ਪੈਦਾ ਕਰਦੇ ਹੈਗੇ ਆ। ਤਾਂ ਇਹਨਾਂ ਸਾਰੇ ਜੇ ਜਾਨਵਰਾਂ ਨੂੰ ਮਾਰਿਆ ਜਾ ਰਿਹਾ ਹੈ, ਇਹਦਾ ਭਾਵ ਹੈ ਵੀ ਭੋਜਨ ਲੜੀ ਅਤੇ ਭੋਜਨ ਜਾਲ ਦੇ ਵਿੱਚ ਨੁਕਸਾਨ ਆ ਰਿਹਾ, ਜਿਸ ਕਰਕੇ ਜਿਹੜੀ ਚੇਨ ਹੈਗੀ ਭੋਜਨ ਦੀ ਉਹ ਨਹੀਂ ਬਣ ਰਹੀ। ਕਿਸੇ ਨੂੰ ਤਾਂ ਭੋਜਨ ਬਹੁਤਾਤ ਵਿੱਚ ਮਿਲ ਰਿਹਾ ਅਤੇ ਕਿਸੇ ਨੂੰ ਭੋਜਨ ਜਮਾਂ ਨਹੀਂ ਮਿਲ ਰਿਹਾ। ਤਾਂ ਇਹ ਪ੍ਰੋਬਲਮ ਉੱਥੇ ਜਿਹੜੀ ਆ ਰਹੀ ਹੈਗੀ ਹੈ। ਹੁਣ ਪ੍ਰਸਥਿਤਿਕ ਪ੍ਰਬੰਧ ਕੀ ਹੁੰਦਾ ਹੈ? ਅਜਿਹਾ ਖੇਤਰ ਹੁੰਦਾ ਹੈ ਜਿੱਥੇ ਉਹਦੇ ਜੈਵਿਕ ਅਤੇ ਅਜੈਵਿਕ ਦੋਨੇ ਅੰਸ਼ ਆਪਸ ਵਿੱਚ ਰਲ ਕੇ ਕੰਮ ਕਰਦੇ ਹਨ। ਜਿਵੇਂ ਜੇ ਆਪਾਂ ਇੱਥੇ ਰਹਿ ਰਹੇ ਹਾਂ ਧਰਤੀ 'ਤੇ, ਤਾਂ ਆਪਾਂ ਨੂੰ ਹਵਾ ਵਿਚਲੀ ਆਕਸੀਜਨ ਜਿਹੜੀ ਹੈਗੀ ਉਹ ਜਿਉਂਦੇ ਰਹਿਣ ਲਈ ਮਿਲ ਰਹੀ ਹੈ। ਤਾਂ ਦੋਨੇ ਆਪਾਂ ਇੱਕ ਦੂਜੇ ਦਾ, ਆਪਾਂ ਕਾਰਬਨ ਡਾਈਆਕਸਾਈਡ ਪੈਦਾ ਕਰਦੇ ਹਾਂ, ਉਹ ਪੌਦਿਆਂ ਤੱਕ ਜਾਂਦੀ ਹੈ, ਪੌਦੇ ਆਕਸੀਜਨ ਪੈਦਾ ਕਰਦੇ, ਆਕਸੀਜਨ ਆਪਾਂ ਲੈਂਦੇ ਹਾਂ। ਤਾਂ ਇੱਕ ਤਰ੍ਹਾਂ ਦਾ ਪ੍ਰਸਥਿਤਿਕ ਪ੍ਰਬੰਧ ਦੇ ਵਿੱਚ ਸਹਿਯੋਗ ਹੋ ਰਿਹਾ ਹੈਗਾ, ਸਾਰੇ ਰਲ ਮਿਲ ਕੇ ਕੰਮ ਕਰ ਰਹੇ ਹਨ। ਤਾਂ ਪ੍ਰਸਥਿਤਿਕ ਪ੍ਰਬੰਧ ਜਿਹੜਾ ਹੈਗਾ ਉਹਦੇ ਵਿੱਚ ਸਾਰੇ ਤਰ੍ਹਾਂ ਦੇ ਜੀਵਾਂ ਦਾ ਸੁਮੇਲ ਹੋਣਾ ਚਾਹੀਦਾ, ਚਾਹੇ ਉਹ ਪੌਦਾ ਹੋਵੇ, ਜੰਤੂ ਹੋਵੇ, ਕੋਈ ਸੂਖਮ ਜੀਵ ਹੋਵੇ, ਕਿਸੇ ਤਰ੍ਹਾਂ ਦਾ ਵੀ ਨਿਰਜੀਵ ਅੰਸ਼ ਹੋਵੇ, ਉਹਨਾਂ ਦਾ ਵੀ ਉੱਥੇ ਜਿਹੜਾ ਹੈਗਾ ਬਚਾਅ ਹੋਣਾ ਚਾਹੀਦਾ। ਤੋ ਜੇ ਆਪਾਂ ਅਲੋਪ ਹੋ ਚੁੱਕੀਆਂ ਜਾਂ ਖਤਰੇ ਦੀ ਕਗਾਰ 'ਤੇ ਪਈਆਂ ਪ੍ਰਜਾਤੀਆਂ ਬਾਰੇ ਜਾਣਨਾ ਹੈਗਾ, ਤਾਂ ਉਹਦੇ ਬਾਰੇ ਇੱਕ ਪੂਰੀ ਕਿਤਾਬ ਬਣਾਈ ਗਈ ਹੈ। ਇੱਕ ਆਪਣੀ ਸਾਈਟ ਵੀ ਬਣੀ ਹੈਗੀ ਹੈ, ਜਿਸ ਦੇ ਉੱਤੇ ਆਪਾਂ ਜਿਹੜਾ ਹੈਗਾ ਇਹਨਾਂ ਪ੍ਰਜਾਤੀਆਂ ਬਾਰੇ ਦੇਖ ਸਕਦੇ ਹੈਗੇ। ਉਹ ਕਿਤਾਬ ਨੂੰ ਕੀ ਕਹਿੰਦੇ ਹੈਗੇ? ਲਾਲ ਅੰਕੜਾ ਕਿਤਾਬ। ਕਿਹੜੀ ਕਿਤਾਬ ਕਹਿੰਦੇ ਆ? ਲਾਲ ਅੰਕੜਾ ਕਿਤਾਬ। ਉਹਦੇ ਵਿੱਚ ਜਿੰਨੀਆਂ ਵੀ ਖਤਰੇ ਦੀ ਕਗਾਰ 'ਤੇ ਪਹੁੰਚ ਚੁੱਕੀਆਂ ਪ੍ਰਜਾਤੀਆਂ, ਉਹਨਾਂ ਦਾ ਰਿਕਾਰਡ ਹੈਗਾ। ਤਾਂ ਇਹ ਆਪਾਂ ਲਿਸਟ ਉੱਥੋਂ ਦੇਖ ਸਕਦੇ ਹਾਂ। ਉਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਪ੍ਰਵਾਸ ਦੀ। ਪ੍ਰਵਾਸ ਹੁੰਦਾ ਹੈ ਜਦੋਂ ਕੋਈ ਵੀ ਜੰਤੂ ਭੋਜਨ ਦੀ ਅਤੇ ਰਹਿਣ ਬਸੇਰੇ ਦੀ ਤਲਾਸ਼ ਦੇ ਵਿੱਚ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਜਾਂਦਾ ਹੈ, ਤਾਂ ਉਸ ਨੂੰ ਆਪਾਂ ਪ੍ਰਵਾਸ ਕਹਿੰਦੇ ਹਾਂ। ਹੁਣ ਆਪਾਂ ਦੇਖੇ ਹੋਣਗੇ ਕਈ ਵਾਰੀ ਆਪਣੇ ਹਰੀਕੇ ਪੱਤਨ ਬਹੁਤ ਨੇੜੇ ਹੈਗਾ, ਜਾਂ ਇਸ ਤਰ੍ਹਾਂ ਦੇ ਸਥਾਨ ਜਿਹੜੇ ਦਰਿਆਈ ਖੇਤਰ ਹੈਗੇ ਆ, ਉੱਥੇ ਬਹੁਤ ਸਾਰੇ ਪੰਛੀ ਜਿਹੜੇ ਆ ਬਾਹਰਲੇ ਦੇਸ਼ਾਂ ਤੋਂ ਆਉਂਦੇ ਆ। ਉਹ ਇੱਕ ਖਾਸ ਮੌਸਮ 'ਚ ਆਉਂਦੇ ਆ, ਜਦੋਂ ਉੱਧਰਲੇ ਜਿੱਧਰ ਉਹ ਪਹਿਲਾਂ ਰਹਿੰਦੇ ਆ ਉੱਧਰ ਗਰਮੀ ਹੁੰਦੀ ਹੈ ਅਤੇ ਇੱਧਰਲੇ ਪਾਸੇ ਮੌਸਮ ਖੁਸ਼ਨੁਮਾ ਹੁੰਦਾ, ਠੰਡਾ ਹੁੰਦਾ, ਤਾਂ ਉਹ ਇੱਧਰ ਆ ਜਾਂਦੇ ਆ। ਮਤਲਬ ਉਹ ਇੰਨੀਆਂ ਲੰਮੀਆਂ ਦੂਰੀਆਂ ਤੈਅ ਕਰਕੇ ਇੱਥੇ ਆ ਜਾਂਦੇ ਆ। ਅਜਿਹੇ ਪੰਛੀਆਂ ਨੂੰ ਕਿਹੜੇ ਪੰਛੀ ਕਿਹਾ ਜਾਂਦਾ ਹੈ? ਪ੍ਰਵਾਸੀ ਪੰਛੀ। ਤਾਂ ਹੁਣ ਇੱਕ ਪ੍ਰਕਿਰਿਆ ਬਹੁਤ ਕਾਮਨ ਹੈ ਜਿਸ ਦਾ ਆਪਾਂ ਨੂੰ ਫਾਇਦਾ ਲੈਣਾ ਚਾਹੀਦਾ, ਕਾਗਜ਼ ਦਾ ਪੁਨਰ ਚੱਕਰ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀਆਂ ਆਪਾਂ ਕਾਪੀਆਂ ਵਰਤਦੇ ਹਾਂ, ਕਿਤਾਬਾਂ ਵਰਤਦੇ ਹਾਂ, ਇਹ ਕਾਗਜ਼ ਕਿਸ ਤੋਂ ਬਣਿਆ ਹੋਇਆ? ਇਹ ਜਿਹੜੇ ਪੌਦੇ ਹੈਗੇ ਆ ਉਹਨਾਂ ਦੇ ਦਰਖਤਾਂ ਦੇ ਤਣੇ ਦੀ ਬਾਹਰਲੀ ਸੱਕ ਤੋਂ ਕਾਗਜ਼ ਬਣਾਇਆ ਜਾਂਦਾ ਹੈ। ਅਤੇ ਜੇ ਬਾਰ-ਬਾਰ ਉਸ ਸੱਕ ਦਾ ਉਪਯੋਗ ਕਰਕੇ ਕਾਗਜ਼ ਬਣਾਈ ਗਏ ਤਾਂ ਇੱਕ ਦਿਨ ਇਹੋ ਜਿਹਾ ਆਊਗਾ ਵੀ ਉਹ ਸੱਕ ਆਪਾਂ ਨੂੰ ਮਿਲੂਗੀ ਨਹੀਂ, ਜਿਹੜੀ ਦਰਖਤ ਦੀ ਹੈ। ਤਾਂ ਇਸ ਕਰਕੇ ਕੀ ਕੀਤਾ ਜਾ ਰਿਹਾ ਕਿ ਕਾਗਜ਼ਾਂ ਦੀ ਪੁਨਰ ਚੱਕਰ ਕੀਤਾ ਜਾਂਦਾ। ਰੱਦੀ ਵਾਲਾ ਹੁੰਦਾ ਆਪਣੇ ਘਰਾਂ 'ਚ, ਕਾਗਜ਼ ਆਪਣੇ ਤੋਂ ਲੈਂਦਾ, ਆਪਾਂ ਨੂੰ ਕਿਲੋ ਦੇ ਹਿਸਾਬ ਨਾਲ ਪੈਸੇ ਦੇ ਜਾਂਦਾ ਅਤੇ ਉਹ ਕਾਗਜ਼ ਅਗਾਂਹ ਉਸੇ ਤਰ੍ਹਾਂ ਕਾਗਜ਼ ਦੇ ਜਿਹੜੇ ਇਸ ਪੁਨਰ ਚੱਕਰ ਦੇ ਵਿੱਚ ਕੀ ਹੈ ਕਿ ਰੱਦੀ ਵਾਲਾ ਆਪਣੇ ਕੋਲ ਆਉਂਦਾ ਹੈਗਾ ਜਦੋਂ, ਤਾਂ ਆਪਾਂ ਉਹਨੂੰ ਜਿਹੜੀ ਰੱਦੀ ਹੈ ਕਾਗਜ਼ ਦੀ ਜਿੰਨੀ ਵੀ, ਚਾਹੇ ਉਹ ਅਖਬਾਰ ਹੈ, ਚਾਹੇ ਭਰੀਆਂ ਕਾਪੀਆਂ ਜਾਂ ਕਿਸੇ ਤਰ੍ਹਾਂ ਦੇ ਵੀ ਕੋਈ ਇਸ ਤਰ੍ਹਾਂ ਦੇ ਪੁਰਾਣੀਆਂ ਕਾਪੀਆਂ ਆਪਣੇ ਕੋਲ ਕਿਤਾਬਾਂ ਪਈਆਂ, ਉਹ ਆਪਾਂ ਉਹਨੂੰ ਵੇਚ ਦਿੰਦੇ ਹੈਗੇ ਹਾਂ। ਤਾਂ ਉਹ ਆਪਾਂ ਨੂੰ ਕਿਲੋ ਦੇ ਹਿਸਾਬ ਨਾਲ ਪੈਸੇ ਦੇ ਦਿੰਦਾ ਹੈਗਾ। ਤਾਂ ਉਹ ਉਸ ਕਾਗਜ਼ ਦਾ ਕੀ ਕਰਦਾ? ਉਸ ਕਾਗਜ਼ ਨੂੰ ਫੈਕਟਰੀਆਂ ਵਿੱਚ ਪਹੁੰਚਾ ਦਿੰਦਾ। ਤਾਂ ਫੈਕਟਰੀਆਂ ਵਿੱਚ ਉਹ ਕਾਗਜ਼ ਨੂੰ ਫਿਰ ਭਿਉਂ ਕੇ ਰੱਖਿਆ ਜਾਂਦਾ ਹੈ। ਭਿਉਂ ਕੇ ਫਿਰ ਉਸ 'ਤੇ ਮਤਲਬ ਅਲੱਗ-ਅਲੱਗ ਤਰ੍ਹਾਂ ਦੇ ਭਾਰੇ ਰੋਲਰ ਚੱਲਦੇ ਆ, ਔਰ ਗਿੱਲੇ ਕਾਗਜ਼ 'ਤੇ ਉਹਨੂੰ ਪਤਲੀ ਤਹਿ ਦੇ ਵਿੱਚ ਬਦਲ ਲੈਂਦੇ ਆ। ਫਿਰ ਉਸ 'ਤੇ ਰੰਗ ਕਰਦੇ ਆ, ਫਿਰ ਉਸ 'ਤੇ ਲਾਈਨਿੰਗ ਵਗੈਰਾ ਪੂਰੀ ਉਸ ਦੀ ਕਾਰਖਾਨੇ ਦੇ ਵਿੱਚ ਉਸ ਦਾ ਅਰੇਂਜਮੈਂਟ ਹੁੰਦਾ ਹੈ, ਜਿਸ ਦੇ ਨਾਲ ਉਹ ਕਾਗਜ਼ ਉਹੀ ਭਰੀ ਹੋਈ ਕਾਪੀ ਨਵੀਂ ਬਣ ਕੇ ਆਪਣੇ ਕੋਲ ਦੁਬਾਰਾ ਫੇਰ ਆ ਜਾਂਦੀ ਹੈ। ਇਸ ਨੂੰ ਆਪਾਂ ਕਹਿੰਦੇ ਹਾਂ ਪੁਨਰ ਚੱਕਰ। ਤਾਂ ਇਹ ਪੁਨਰ ਚੱਕਰ ਬਹੁਤ ਜ਼ਰੂਰੀ ਹੈਗਾ। ਤਾਂ ਇਹ ਪੁਨਰ ਚੱਕਰ ਕਾਹਦੇ ਲਈ ਹੈਗੇ ਆ? ਇਹਨਾਂ ਦਾ ਮੁੱਖ ਮਕਸਦ ਇਹੀ ਹੈ ਕਿ ਜਿਹੜੇ ਕਾਗਜ਼ ਹੈਗੇ ਆ, ਜਿਹੜੇ ਦਰਖਤ ਹੈਗੇ ਆ, ਉਹਨਾਂ ਨੂੰ ਵੱਧ ਤੋਂ ਵੱਧ ਬਚਾਇਆ ਜਾ ਸਕੇ। ਤੁਸੀਂ ਕਦੇ ਨੋਟ ਕਰਿਓ, ਤੁਹਾਡੀ ਕਾਪੀ ਦੇ ਮਗਰ ਕਿਤੇ ਨਾ ਕਿਤੇ ਲਿਖਿਆ ਹੁੰਦਾ ਹੈ ਕਿ ਰੀਸਾਈਕਲੇਬਲ ਪੇਪਰ। ਉਹ ਰੀਸਾਈਕਲੇਬਲ ਪੇਪਰ ਉੱਥੇ ਲਿਖਣ ਦਾ ਮਕਸਦ ਇਹੀ ਹੁੰਦਾ ਹੈ ਕਿ ਇਹ ਜਿਹੜੀ ਕਾਪੀ ਦਾ ਕਾਗਜ਼ ਬਣਿਆ ਹੈਗਾ, ਇਹ ਭਰੀਆਂ ਕਾਪੀਆਂ ਤੋਂ ਹੀ ਦੁਬਾਰਾ ਬਣਿਆ। ਅਤੇ ਜਦੋਂ ਉਹ ਕਾਪੀ ਭਰ ਜੂ, ਉਹ ਆਪਾਂ ਰੱਦੀ ਵਾਲੇ ਨੂੰ ਦੇ ਦਾਂਗੇ, ਰੱਦੀ ਵਾਲਾ ਫਿਰ ਉਸ ਨੂੰ ਫੈਕਟਰੀਆਂ ਤੱਕ ਪਹੁੰਚਾ ਦੂਗਾ, ਤਾਂ ਉੱਥੋਂ ਦੀ ਫਿਰ ਇਹ ਨਵੀਂ ਕਾਪੀ ਬਣ ਕੇ ਆ ਜਾਏਗੀ। ਤਾਂ ਆਪਾਂ ਨੂੰ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਵੀ ਕਾਗਜ਼ ਨੂੰ ਸਾੜਿਆ ਨਾ ਜਾਵੇ, ਸਗੋਂ ਦੀ ਉਹਨੂੰ ਅਗਾਂਹ ਵੇਚ ਦਿੱਤਾ ਜਾਵੇ ਰੱਦੀ ਵਾਲੇ ਨੂੰ, ਤਾਂ ਕਿ ਉਹ ਇਸ ਨੂੰ ਅਗਾਂਹ ਫੈਕਟਰੀਆਂ ਤੱਕ ਪਹੁੰਚਾਵੇ ਅਤੇ ਉੱਥੋਂ ਦੁਬਾਰਾ ਫਿਰ ਆਪਣੇ ਕੋਲ ਕਾਪੀ ਬਣ ਕੇ ਆ ਜਾਵੇ।
ਉਹਦਾ ਮਕਸਦ ਇਹੀ ਹੈ ਕਿ ਰੁੱਖ ਦੀ ਜਿਹੜੀ ਸੱਕ ਹੈਗੀ ਉਹਨੂੰ ਆਪਾਂ ਵੱਧ ਤੋਂ ਵੱਧ ਬਚਾਵਾਂਗੇ, ਤਾਂ ਇਸੇ ਕਰਕੇ ਉਸ ਨੂੰ ਰੀਸਾਈਕਲੇਬਲ ਪੇਪਰ ਕਹਿੰਦੇ ਆ। ਹੁਣ ਇਸ ਪਾਠ ਦਾ ਆਪਣਾ ਜਿਹੜਾ ਮੁੱਖ ਮੰਤਵ ਹੈਗਾ ਕਿ ਰੁੱਖ ਲਗਾਉਣਾ। ਇਹ ਕਹਾਵਤਾਂ ਵੀ ਬਣੀਆਂ ਕਿ ਰੁੱਖ ਲਗਾਓ ਰੁੱਖ ਬੇਲੀਓ ਫੇਰ ਮਿਲਣਗੇ ਸੁੱਖ ਬੇਲੀਓ। ਤਾਂ ਜੇ ਆਪਾਂ ਰੁੱਖ ਲਗਾਵਾਂਗੇ ਤਾਂ ਉਹ ਜਿਹੜੀ ਰੁੱਖਾਂ ਦੀ ਗਰੀਨਰੀ ਹੈ ਨਾ ਉਹ ਆਪਣੀਆਂ ਅੱਖਾਂ ਨੂੰ ਬਹੁਤ ਸੋਹਣੀ ਲੱਗਦੀ ਹੈ। ਕਹਿੰਦੇ ਆਪਣੀ ਉਮਰ ਵੱਧ ਜਾਂਦੀ ਹੈ ਗਰੀਨਰੀ ਦੇਖਣ ਦੇ ਨਾਲ। ਤਾਂ ਜੇ ਇਹ ਗਰੀਨਰੀ ਨਹੀਂ ਹੋਵੇਗੀ ਰੁੱਖਾਂ ਦੀ ਤਾਂ ਆਪਾਂ ਕਿਵੇਂ ਚੈਨ ਨਾਲ ਰਹਿ ਸਕਾਂਗੇ। ਤਾਂ ਇਸ ਕਰਕੇ ਸਭ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਆਪਾਂ ਨੂੰ। ਜੇ ਘੱਟੋ ਘੱਟ ਇੱਕ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਰੁੱਖ ਤਾਂ ਲਾਉਣਾ ਹੀ ਚਾਹੀਦਾ ਅਤੇ ਉਸ ਦੀ ਪੂਰੀ ਜਿੰਨੀ ਉਹਦੀ ਉਮਰ ਹੈਗੀ ਉਹ ਉਸ ਪੂਰੀ ਉਮਰ ਦੇ ਦੌਰਾਨ ਉਹਦੀ ਦੇਖਭਾਲ ਕਰੇ। ਤਾਂ ਇਸ ਤਰ੍ਹਾਂ ਜਿਹੜੀ ਹੈਗੀ ਆ, ਜੇ ਆਪਾਂ ਰੁੱਖ ਲਾ ਕੇ ਜਾ ਰਹੇ ਹਾਂ ਤਾਂ ਆਪਾਂ ਅਗਲੀਆਂ ਪੀੜ੍ਹੀਆਂ ਨੂੰ ਦੱਸਣ ਯੋਗ ਹੋਵਾਂਗੇ ਵੀ ਹਾਂ ਇਹ ਰੁੱਖ ਮੈਂ ਲਾਇਆ ਸੀ ਅਤੇ ਦੇਖੋ ਛੋਟਾ ਜਿਹਾ ਪੌਦਾ ਸੀ ਅਤੇ ਹੁਣ ਰੁੱਖ ਬਣਿਆ ਹੋਇਆ। ਫਿਰ ਉਹ ਪ੍ਰੇਰਿਤ ਹੋਣਗੇ ਜਿਹੜੇ ਇਸ ਗੱਲ ਨੂੰ ਸੁਣਨਗੇ ਅਤੇ ਉਹ ਵੀ ਰੁੱਖ ਲਾਉਣਗੇ ਫਿਰ। ਤਾਂ ਰੁੱਖਾਂ ਦੀ ਜਿਹੜੀ ਦੇਖਭਾਲ ਹੈਗੀ ਆ ਇਹ ਸਭ ਤੋਂ ਵੱਡਾ ਉਦੇਸ਼ ਹੋਣਾ ਚਾਹੀਦਾ ਆਪਣਾ, ਕਿਉਂਕਿ ਇਹ ਰੁੱਖਾਂ ਤੋਂ ਆਪਾਂ ਨੂੰ ਬਹੁਤ ਕੁਛ ਮਿਲਦਾ ਹੈ। ਆਕਸੀਜਨ ਵੀ ਮਿਲਦੀ ਹੈ, ਆਪਾਂ ਨੂੰ ਭੋਜਨ ਵੀ ਮਿਲਦਾ ਹੈ, ਛਾਂ ਮਿਲਦੀ ਹੈ, ਇਹ ਹੜ੍ਹਾਂ ਨੂੰ ਰੋਕਦੇ ਹੈ, ਇਹ ਜ਼ਮੀਨ ਵਿੱਚੋਂ ਪਾਣੀ ਦਾ ਪੱਧਰ ਜਿਹੜਾ ਹੈਗਾ ਉਹਨੂੰ ਸੰਤੁਲਿਤ ਕਰਕੇ ਰੱਖਦੇ ਆ, ਪਾਣੀ ਉੱਪਰ ਨੂੰ ਰਹਿੰਦਾ ਹੈ। ਅਤੇ ਜੇ ਇਹ ਰੁੱਖ ਨਾ ਹੋਣਗੇ ਤਾਂ ਪਾਣੀ ਦਾ ਲੈਵਲ ਵੀ ਨੀਵਾਂ ਹੋ ਜਾਊਗਾ। ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੇ ਆਪਾਂ ਕੁਛ ਉਸਨੂੰ ਦੇਣਾ ਹੈਗਾ ਤਾਂ ਆਪਾਂ ਨਵੇਂ ਰੁੱਖ ਲਾ ਕੇ ਆਉਣ ਵਾਲੇ ਸਮੇਂ 'ਚ ਉਹਨਾਂ ਦੀ ਖੁਸ਼ਹਾਲ ਜ਼ਿੰਦਗੀ ਦੇ ਸਕਦੇ ਹਾਂ। ਤਾਂ ਇਹ ਸੀਗਾ ਆਪਣਾ ਇਸ ਪਾਠ ਬਾਰੇ, ਜਿਸ ਦਾ ਨਾਮ ਹੈ ਪੌਦਿਆਂ ਅਤੇ ਜੰਤੂਆਂ ਦਾ ਸੁਰੱਖਿਅਨ। ਹੁਣ ਇਸ ਪਾਠ ਦੇ ਵਿੱਚੋਂ ਆਪਾਂ ਨੂੰ ਕੁਛ ਗੱਲਾਂ ਯਾਦ ਕਰਨੀਆਂ ਪੈਣਗੀਆਂ, ਬਿਲਕੁਲ ਉਹ ਇੰਪੋਰਟੈਂਟ ਹੈਗੀਆਂ। ਇਹ ਜਿਵੇਂ ਜੈਵ ਵਿਭਿੰਨਤਾ ਦੀ ਪਰਿਭਾਸ਼ਾ ਆਪਾਂ ਨੂੰ ਪੁੱਛ ਲੈਂਦੇ ਆ, ਤਾਂ ਕਿਸੇ ਵਿਸ਼ੇਸ਼ ਖੇਤਰ ਵਿੱਚ ਪਾਈਆਂ ਜਾਣ ਵਾਲੀਆਂ ਸਜੀਵਾਂ ਦੀਆਂ ਭਿੰਨ-ਭਿੰਨ ਕਿਸਮਾਂ। ਇਸੇ ਤਰ੍ਹਾਂ ਆਪਾਂ ਨੂੰ ਪੁੱਛਿਆ ਜਾ ਸਕਦਾ ਕਿ ਉਹ ਕਿਹੜੇ ਸਥਾਨ ਹਨ ਜਿੱਥੇ ਜੰਗਲਾਂ ਅਤੇ ਜੰਗਲੀ ਜੀਵਾਂ ਦੀ ਸੰਭਾਲ ਅਤੇ ਸੁਰੱਖਿਅਨ ਕੀਤਾ ਜਾਂਦਾ ਹੈਗਾ। ਤੁਸੀਂ ਦੇਖ ਸਕਦੇ ਹੋ ਇਸ ਵਿੱਚ ਜੰਗਲੀ ਜੀਵਨ ਰੱਖਾਂ, ਨੈਸ਼ਨਲ ਪਾਰਕ ਜਿਹੜੇ ਹੈ ਅਤੇ ਜੀਵ ਮੰਡਲ ਰਿਜ਼ਰਵ। ਇਸੇ ਤਰ੍ਹਾਂ ਕਿਸੇ ਖਾਸ ਖੇਤਰ ਵਿਚਲੇ ਪੌਦੇ ਕਿਸ ਨਾਮ ਨਾਲ ਜਾਣੇ ਜਾਂਦੇ ਆ? ਪੌਦਾ ਜਗਤ। ਅਤੇ ਜੰਤੂ ਕਿਹੜੇ ਨਾਮ ਨਾਲ ਜਾਣੇ ਜਾਂਦੇ ਆ? ਪ੍ਰਾਣੀ ਜਗਤ। ਠੀਕ ਹੈ ਨਾ। ਇੱਕ ਇਹ ਹੈ ਵੀ ਖਾਸ ਸਥਾਨਕ ਪ੍ਰਜਾਤੀਆਂ ਕਿਸੇ ਖਾਸ ਖੇਤਰ ਵਿੱਚ ਹੀ ਮਿਲਦੀਆਂ ਹਨ। ਫਿਰ ਆਪਾਂ ਨੂੰ ਪ੍ਰਸ਼ਨ ਆ ਸਕਦਾ ਕਿ ਸੰਕਟਕਾਲੀਨ ਪ੍ਰਜਾਤੀਆਂ ਕਿਹੜੀਆਂ ਹੁੰਦੀਆਂ ਜੋ ਖਤਮ ਹੋਣ ਦੀ ਕਗਾਰ 'ਤੇ ਹੈ। ਠੀਕ ਹੈ। ਫਿਰ ਇਹਨਾਂ ਸੰਕਟਕਾਲੀਨ ਪ੍ਰਜਾਤੀਆਂ ਦਾ ਰਿਕਾਰਡ ਕਿੱਥੇ ਰੱਖਿਆ ਜਾਂਦਾ? ਰੈੱਡ ਡਾਟਾ ਬੁੱਕ 'ਤੇ। ਤਾਂ ਇਸੇ ਤਰ੍ਹਾਂ ਆਪਾਂ ਨੂੰ ਪੁੱਛਿਆ ਜਾ ਸਕਦਾ ਵੀ ਪ੍ਰਵਾਸ ਕੀ ਹੁੰਦਾ? ਜਦੋਂ ਭੋਜਨ ਅਤੇ ਆਪਣੇ ਰਹਿਣ ਸਹਿਣ ਦੀ ਤਲਾਸ਼ ਦੇ ਵਿੱਚ ਕੋਈ ਜਿਹੜਾ ਜੀਵ ਹੈਗਾ ਆਪਣਾ ਸਥਾਨ ਛੱਡ ਕੇ ਕਿਸੇ ਦੂਸਰੇ ਸਥਾਨ 'ਤੇ ਚਲਾ ਜਾਵੇ, ਉਸ ਨੂੰ ਪ੍ਰਵਾਸ ਕਹਿੰਦੇ। ਜਿਵੇਂ ਕਿ ਪ੍ਰਵਾਸੀ ਪੰਛੀ ਜਿਹੜੇ ਹੈਗੇ ਆ ਹਰ ਸਾਲ ਸਾਈਬੇਰੀਆ ਤੋਂ ਇੱਧਰ ਆਉਂਦੇ ਹੈਗੇ ਆ, ਤਾਂ ਉਹਨਾਂ ਦਾ ਆਉਣਾ ਜਾਣਾ ਉਹ ਇੱਕ ਖਾਸ ਮੌਸਮ 'ਚ ਆਉਂਦੇ ਆ ਅਤੇ ਉਹ ਮੌਸਮ ਦਾ ਮਜ਼ਾ ਲੈ ਕੇ ਉਹ ਵਾਪਸ ਚਲੇ ਜਾਂਦੇ ਆ। ਤਾਂ ਫਿਰ ਜੰਗਲਾਂ ਦਾ ਜਿਹੜਾ ਪੁਨਰ ਸਥਾਪਨ ਹੈਗਾ ਉਹਦੇ ਲਈ ਆਪਾਂ ਕੀ ਕਰ ਸਕਦੇ ਹਾਂ? ਵੱਧ ਤੋਂ ਵੱਧ ਦਰਖਤ ਲਾ ਸਕਦੇ ਹੈਗੇ ਆ। ਤਾਂ ਇਹ ਕੁਛ ਗੱਲਾਂ ਹੈਗੀਆਂ ਜਿਹੜੀਆਂ ਆਪਾਂ ਇਸ ਵਿੱਚ ਸਿੱਖ ਸਕਦੇ ਹੈਗੇ ਆ। ਤਾਂ ਇਹ ਆਪਣਾ ਪਾਠ ਹੈਗਾ।